Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਮੇਰੇ ਨਾਲ ਸਰਦਾਰ ਭਗਵਾਨ ਸਿੰਘ ਜੁੜ ਚੁੱਕੇ ਆ। ਭਗਵਾਨ ਸਿੰਘ ਉਹਨਾਂ ਨਾਲ ਇੱਕ ਭਾਗ ਦੇ ਵਿੱਚ ਗੱਲਬਾਤ ਪਹਿਲਾਂ ਕੀਤੀ ਗਈ, ਜਿਹੜੀ ਕਿ ਜੂਨ 1984 ਦੇ ਬਾਰੇ ਆ। ਤੀਜੇ ਘੱਲੂਘਾਰੇ ਬਾਰੇ ਅਸੀਂ ਗੱਲਬਾਤ ਕਰਨ ਲਈ ਜੁੜੇ ਹੋਏ ਹਾਂ। ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ, ਜਿਸ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਵੇਂ ਕਾਰ ਸੇਵਾ ਸੰਪਰਦਾ ਹਜੂਰ ਸਾਹਿਬ ਤੋਂ ਇਹ ਕੁਝ ਸਿੰਘਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਵਿੱਚ 1 ਜਨਵਰੀ 1984 ਨੂੰ ਪਹੁੰਚਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਰਨ ਦੇ ਵਿੱਚ ਵਿਚਰੇ ਅਤੇ ਜਦੋਂ ਫਿਰ ਉੱਥੇ ਜੰਗ ਦਾ ਮਾਹੌਲ ਹੋਇਆ ਤਾਂ ਫਿਰ ਇਹ ਜੂਝੇ। ਇਹਨਾਂ ਦੇ ਸਾਥੀ ਸਿੰਘ ਸ਼ਹੀਦ ਹੋਏ, ਉਹਨਾਂ ਦੇ ਬਾਰੇ ਵੇਰਵਾ ਕੁਝ ਹੱਦ ਤੱਕ ਉਹਨਾਂ ਨੇ ਪਿਛਲੀ ਕਿਸ਼ਤ ਵਿੱਚ ਦੱਸਿਆ। ਜਿਹੜੀਆਂ ਕੋਈ ਗੱਲਾਂ ਰਹਿ ਗਈਆਂ, ਆਪਾਂ ਇਸ ਤੋਂ ਅੱਗੇ ਗੱਲ ਨੂੰ ਤੋਰਨਾ। ਪਿਛਲੇ ਭਾਗ ਦੇ ਵਿੱਚ ਅਸੀਂ ਗੱਲ ਕਰ ਰਹੇ ਸਾਂ ਕਿ ਜਦੋਂ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋਇਆ, ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਜਦੋਂ ਹੋਇਆ ਤਾਂ ਉਸ ਮੌਕੇ ਦੇ ਉੱਤੇ ਜਿਹੜੇ ਦੋਸ਼ੀ ਸਨ ਦੋ, ਇੱਕ ਤਾਂ ਬਲਜੀਤ ਕੌਰ, ਦੂਸਰਾ ਸ਼ਿੰਦਾ, ਸੁਰਿੰਦਰ ਸ਼ਿੰਦਾ, ਜਿਹੜਾ ਉਸ ਵੇਲੇ ਦਾ ਦੋਸ਼ੀ ਸੀ। ਉਹਨਾਂ ਨਾਲ ਕੀ ਵਾਪਰਿਆ, ਉਹ ਗੱਲਾਂ ਬਾਤਾਂ ਜਾਣੀਆਂ। ਸੋ ਅੱਜ ਦੀ ਗੱਲਬਾਤ ਦੇ ਵਿੱਚ ਸਰਦਾਰ ਭਗਵਾਨ ਸਿੰਘ ਨੂੰ ਮੈਂ ਸੱਦਾ ਦਿੰਦਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਫਿਰ ਉਸ ਤੋਂ ਅੱਗੇ ਸਵਾਲ ਸ਼ੁਰੂ ਹੋਣਗੇ। ਤੁਹਾਡਾ ਗੱਲਬਾਤ ਦੇ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਚੈਨਲ ਤੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਪਿਛਲੀ ਕਿਸ਼ਤ ਦੇ ਨਾਲ ਹੀ ਗੱਲ ਨੂੰ ਜੋੜਨਾ ਚਾਹੁੰਦਾ। ਤੁਸੀਂ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਉਹ ਜੋ ਬਲਜੀਤ ਕੌਰ ਸੀ ਜਿਸ ਨੇ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਕਤਲ ਕੀਤਾ, ਅਤੇ ਉਸ ਦਾ ਖਿੱਤਾ ਕੀ ਸੀ, ਪਿਛੋਕੜ ਕੀ ਸੀ, ਉਹ ਸ਼ਿੰਦੇ ਦੇ ਕਿਵੇਂ ਟੱਚ ਵਿੱਚ ਸੀ? ਉਹ ਸ਼ਿੰਦੇ ਦੇ ਘਰ ਕੰਮ ਕਰਨ ਵਾਲੀ ਸੀ ਅਤੇ ਸ਼ਿੰਦਾ ਜਦੋਂ ਦਰਬਾਰ ਸਾਹਿਬ ਆਇਆ ਤਾਂ ਉਹਨੂੰ ਨਾਲ ਲੈ ਆਇਆ। ਉਹਨੂੰ ਪਹਿਲੀ ਗੱਲ ਤਾਂ ਉਹ ਉਸ ਦੇ ਉੱਤੇ ਆਪਣੇ ਗੱਲ ਕਰਨੀ ਬਣਦੀ ਨਹੀਂ, ਇਸ ਕਰਕੇ ਕਿ ਉਹਦਾ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਉੱਥੇ ਜਗ੍ਹਾ ਹੀ ਕਿਉਂ ਦਿੱਤੀ ਰਹਿਣ ਵਾਸਤੇ, ਉਹਨਾਂ ਪਿਛੋਕੜ ਕੀ ਸੀ ਜਾਂ ਉਹਨਾਂ ਦਾ ਉੱਥੇ ਸੰਬੰਧ ਕੀ ਸੀ ਮੋਰਚੇ ਦੇ ਨਾਲ। ਜਾਂ ਤਾਂ ਅਕਾਲੀ ਦੱਸਣ ਨਾ, ਜਾਂ ਸ਼੍ਰੋਮਣੀ ਕਮੇਟੀ ਦੱਸੇ ਉਹ ਸਾਡੇ ਮੁਲਾਜ਼ਮ ਸੀ ਜਾਂ ਉਹ ਅਕਾਲੀ ਵਰਕਰ ਸੀ। ਉਹ ਇਹੋ ਜਿਹੇ ਮਤਲਬ ਕਿ ਕੁਛ ਬੰਦੇ ਜਿੱਦਾਂ ਸੰਤਾਂ ਦੇ ਬਰਾਬਰ 'ਤੇ ਖੜ੍ਹੇ ਕਰਨ ਵਾਸਤੇ, ਜਿਸ ਤਰ੍ਹਾਂ ਬਦਮਾਸ਼ ਟਾਈਪ ਜਾਂ ਕੁਛ ਬਲਾਈਕੀਏ ਸੀ, ਕੁਛ 10 ਨੰਬਰੀ ਹੁੰਦੇ, ਜਿਸ ਤਰ੍ਹਾਂ ਪਹਿਲੋਂ ਆਪਾਂ ਗੈਂਗਸਟਰ, ਹੁਣ ਗੈਂਗਸਟਰ ਕਹਿ ਦਿੰਦੇ ਹਾਂ, ਉਦੋਂ 10 ਨੰਬਰੀ ਹੁੰਦੇ। ਇਹੋ ਜਿਹੇ ਲੋਕਾਂ ਦੀ ਰਿਹਾਇਸ਼ ਉੱਥੇ ਬਣਾਉਣੀ, ਇਹ ਸ਼੍ਰੋਮਣੀ ਕਮੇਟੀ ਨੂੰ ਪੁੱਛੇ ਨਾ ਕਿਉਂ ਲੈ ਕੇ ਆਏ ਸੀ ਉਹਨਾਂ ਨੂੰ। ਕੀ ਇਹ ਸਭ ਕੁਛ ਹਰਚੰਦ ਸਿੰਘ ਲੌਂਗੋਵਾਲ ਦੀ ਦੇਖ ਰੇਖ 'ਚ ਹੋ ਰਿਹਾ ਸੀ? ਇਹ ਹਰਚਰਨ ਸਿੰਘ ਲੌਂਗੋਵਾਲ ਲਾ ਲਓ ਜਾਂ ਤੁਸੀਂ ਉਹਨਾਂ ਦਾ ਜਨਰਲ ਸਕੱਤਰ ਹੀ ਗੁਰਚਰਨ ਸਿੰਘ, ਉਹ ਵੀ ਨੈਕਸਲਾਈਟ ਰਿਹਾ ਪਹਿਲੋਂ। ਇਹ ਉਹਨਾਂ ਦੇ ਮਤਲਬ ਸੰਪਰਕ 'ਚ ਸੀ ਸਾਰੇ ਬੰਦੇ। ਇਹ ਕਾਫੀ ਬੰਦੇ ਸੀ ਉੱਥੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਪੁਲਿਸ ਨੂੰ ਲੋੜ ਸੀ ਅਤੇ ਉੱਥੇ ਜਾ ਕੇ ਉਹ ਸਰਨ ਲੈ ਕੇ ਬੈਠੇ ਸੀ। ਉਹ ਸੰਤਾਂ ਨਾਲ ਕੋਈ ਸੰਬੰਧ ਨਹੀਂ ਉਹਨਾਂ ਦਾ, ਨਾ ਸ਼ਿੰਦੇ ਦਾ ਸੀ, ਨਾ ਉਹ ਕੋਕੀ ਦਾ ਹੀ, ਨਾ ਇਹਨਾਂ ਦਾ ਆਪਣੇ ਬਲਜੀਤ ਕੌਰ ਦਾ ਹੀ। ਫਿਰ ਅਕਾਲੀ ਦਲ ਦੱਸੇ ਨਾ ਕਿ ਉਹਨਾਂ ਦਾ ਕੀ ਸੰਬੰਧ ਸੀ ਤੁਹਾਡੇ ਨਾਲ। ਉਹਨੂੰ ਕਮਰਾ ਕਿਸ ਵਿਆਹ 'ਤੇ ਉੱਥੇ ਕਮਰਾ ਦਿੱਤਾ ਗਿਆ ਸੀ। ਇਹ ਤਾਂ ਸੰਤਾਂ ਨੂੰ ਮਤਲਬ ਕਿ ਸੋਢੀ ਦਾ, ਕਿ ਸੰਤਾਂ ਨੂੰ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਬੰਦਿਆਂ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੋਢੀ ਦਾ। ਜਿਸ ਤਰ੍ਹਾਂ ਇਹ ਤਾਂ ਹੁਣ ਅਕਾਲੀ ਦਲ ਦੱਸ ਸਕਦੇ, ਦੱਸਣ ਕਿ ਕਿਉਂ ਉਹਨਾਂ ਨੂੰ ਰੱਖਿਆ ਗਿਆ ਸੀ ਉੱਥੇ। ਸੰਤਾਂ ਨਾਲ ਕੋਈ ਸੰਬੰਧ ਥੋੜ੍ਹੀ ਸੀ ਉਹਨਾਂ ਦਾ। ਜਿਵੇਂ ਤੁਸੀਂ ਦੱਸਿਆ ਕਿ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵੇਲੇ ਇਹ ਕੁਛ ਚੱਲ ਰਿਹਾ ਸੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ, ਕੰਪਲੈਕਸ ਦੇ ਵਿੱਚ ਅਜਿਹੇ ਬੰਦਿਆਂ ਨੂੰ ਸ਼ਰਨ ਦਿੱਤੀ ਹੋਈ ਸੀ। ਅਤੇ ਉਸ ਵੇਲੇ ਜਦੋਂ ਲੌਂਗੋਵਾਲ ਬੇਸ਼ੱਕ ਪਾਵਰ ਦੇ ਵਿੱਚ ਸੀ, ਅਤੇ ਕੀ ਲੌਂਗੋਵਾਲ ਨੇ ਕਦੇ ਕੋਈ ਅਜਿਹਾ ਸ਼ਕਤੀ ਪ੍ਰਦਰਸ਼ਨ ਕੀਤਾ ਹੋਵੇ ਕਿ ਉਸਨੇ ਆਪਣੇ ਨਾਲ ਕੋਈ ਬੰਦਿਆਂ ਦਾ ਸਮੂਹ ਦਿਖਾਇਆ ਹੋਵੇ? ਕੀ ਅਜਿਹਾ ਮੌਕਾ ਵੀ ਕਦੇ ਆਇਆ? ਹਾਂ, ਜਿਸ ਤਰ੍ਹਾਂ ਕਿ ਸੰਤਾਂ ਦੇ ਨਾਲ ਉਹਨਾਂ ਦੇ ਗਨਮੈਨ ਹੁੰਦੇ ਸੀ ਅਤੇ ਉਹ ਸਾਰੇ ਹੁੰਦੇ ਸੀ ਬਿਨਾਂ ਤਨਖਾਹ ਤੋਂ ਜਾਂ ਲੜ ਮਰਨ ਵਾਸਤੇ ਸੰਤਾਂ ਨੂੰ ਸਮਰਪਿਤ ਲੋਕ ਸਨ, ਜਿਹੜੇ ਕੌਮ ਵਾਸਤੇ ਸੇਵਾ ਕਰਨ ਵਾਸਤੇ ਉੱਥੇ ਆਏ ਸਨ। ਅਤੇ ਲੌਂਗੋਵਾਲ ਉਹਨਾਂ ਨੂੰ ਵੀ ਲੱਗਿਆ ਕਿ ਆਪਾਂ ਵੀ ਸ਼ਕਤੀ ਪ੍ਰਦਰਸ਼ਨ ਕਰਨੇ ਆ। ਅਤੇ ਇੱਕ ਦਿਨ ਅਟੈਕ ਤੋਂ ਕੁਛ ਚਿਰ ਪਹਿਲੋਂ ਇਹਨਾਂ ਨੇ ਵੀ ਆਪਣੇ ਜਿਹੜੇ ਹੈਗੇ ਸੀ ਅਕਾਲੀ ਵਰਕਰ ਜਿਹੜੇ ਸੀ ਉਹ ਲੈ ਕੇ ਅਤੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਨੇ। ਅਤੇ ਬਹੁਤ ਘੱਟ ਆਉਂਦੇ ਸੀ ਹਰਚੰਦ ਸਿੰਘ ਲੌਂਗੋਵਾਲ ਮੱਥਾ ਟੇਕਣ ਵਾਸਤੇ, 100 ਤੋਂ ਉੱਤੇ ਹੀ ਹੋਣਗੇ ਬੰਦੇ। ਮਤਲਬ ਦਨਾਲੀਆਂ ਵਾਲੇ ਜਾਂ ਸਪਰਿੰਗਫੀਲਡ ਜਾਂ 315 ਬੋਰ ਦੀਆਂ ਗੰਨਾਂ ਲੈ ਕੇ ਉਹਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ। ਪਰ ਉਹ ਜਿਸ ਤਰ੍ਹਾਂ ਆਪਾਂ ਮੰਗ ਖਾਣੇ ਲਿਆਈ ਦੇ ਆ ਨਾ, ਜਿੱਦਾਂ ਕਣਕ ਆਪਾਂ ਵੱਢੀ ਦੀ ਸੀ ਅਤੇ ਮੰਗ ਪਾਲੀ ਦੀ ਸੀ, ਉਸ ਤਰ੍ਹਾਂ ਉਹ 2-4 ਦਿਨ ਵਾਸਤੇ ਆਏ ਹੋਣਗੇ, ਮੁੜ ਕੇ ਉਹ ਚਲੇ ਗਏ। ਪੱਕੇ ਤਾਂ ਨਹੀਂ ਸੀ ਸੰਤਾਂ ਵਾਂਗੂ ਕਿ ਜੇ ਸੰਤਾਂ ਦੇ ਗਨਮੈਨ ਨਹੀਂ, ਜਿਸ ਤਰ੍ਹਾਂ ਉਹ ਪੱਕੇ ਤੌਰ 'ਤੇ ਨਾਲ ਰਹਿੰਦੇ ਹੁੰਦੇ ਸੀ, ਉਹ ਫਿਰ ਵਾਪਸ ਚਲੇ ਗਏ ਉਹ। ਅਤੇ ਹਾਂ, ਬਾਕੀ ਉਹਨਾਂ ਦੇ ਜਿਹੜੇ ਉੱਥੇ ਹੀ ਉਹ ਛਿੰਦੇ ਵਰਗੇ ਹੋਰ ਬਥੇਰੇ ਬੰਦੇ ਸੀ ਜਿਹੜੇ ਗੁਰਚਰਨ ਸਕੱਤਰ ਦੀ ਮਤਲਬ ਕਿ ਦੇਖ ਰੇਟ ਉਹਨਾਂ ਦੇ ਗੱਲਬਾਤ ਕਰਕੇ ਤੇ ਉਹ ਰੱਖਦੇ ਸੀ। ਇਹ ਤਾਂ ਉਹ ਦੱਸ ਸਕਦੇ ਹੁਣ। ਗੁਰਚਰਨ ਸਕੱਤਰ ਨਾਲ ਕੀ ਬੀਤਿਆ? ਗੁਰਚਰਨ ਸਕੱਤਰ ਜਿਹੜਾ ਪਹਿਲੋਂ ਨੈਕਸਲਾਈਟ ਹੀ ਉਹ ਇੱਥੇ ਆ ਕੇ ਉਹ ਸਕੱਤਰ ਹੀ ਹੁਣ ਸ਼੍ਰੋਮਣੀ ਕਮੇਟੀ ਦਾ
ਮਤਲਬ ਦੂਜੀ ਪੋਸਟ ਹੀ ਪ੍ਰਧਾਨ ਤੋਂ ਬਾਅਦ ਉਹਦੀ। ਤੇ ਜਦੋਂ ਅਟੈਕ ਹੁੰਦਾ ਵਾ ਤੇ ਲੌਂਗੋਵਾਲ ਆਪਣਾ ਹਰਚਰਨ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹਰਾ ਤੇ ਰਾਮੂ ਵਾਲੀਆ, ਇਹ ਅਬਿਨਾਸੀ ਸਿੰਘ, ਬੀਬੀ ਅਮਰਜੀਤ ਕੌਰ, ਇਹ ਸਾਰੀ ਗ੍ਰਿਫਤਾਰੀ ਦੇ ਦਿੰਦੇ ਆ। ਤੇ ਉਦੋਂ ਪਤਾ ਨਹੀਂ ਮਿਲਟਰੀ ਦੀ ਗੋਲੀ ਨਾਲ ਉਹ ਮਾਰਿਆ ਜਾਂਦਾ ਵਾ ਤੇ ਉੱਥੇ ਲਾਸ਼ ਉਹਦੀ ਅੰਦਰ ਪਈ ਸੀ, ਉੱਥੇ ਸਰਾਂ 'ਚ ਹੀ। ਇਹ ਵੀ ਸੰਭਾਵਨਾ ਹੈ ਕਿ ਸਿੱਖ ਯੋਧਿਆਂ ਦੇ ਬੰਦੂਕ ਤੇ ਗਾੜੀ ਆ ਗਿਆ ਹੋਵੇ। ਨਹੀਂ, ਇਹੋ ਜੀ ਪੱਕੀ ਇਨਫੋਰਮੇਸ਼ਨ ਕੋਈ ਨਹੀਂ, ਕਿਉਂਕਿ ਸਾਡਾ ਉਧਰ ਕੋਈ ਵਾਸਤਾ ਨਹੀਂ ਸੀ ਸਰਾਂ ਵਾਲੇ ਪਾਸੇ ਕਿ ਸਾਨੂੰ ਉਧਰੋਂ ਇਨਫੋਰਮੇਸ਼ਨ ਮਿਲੀ ਹੋਏ ਕੋਈ, ਇਹ ਸਾਡੇ ਕੋਈ ਬੰਦੇ ਹੋਣ ਉਧਰ ਅਸੀਂ ਜਾਂਦੇ ਹੀ ਨਹੀਂ ਹਾਂ ਬਿਲਕੁਲ ਹੀ। ਉਹ ਤੇ ਸ਼੍ਰੋਮਣੀ ਸਮੁੰਦਰੀ ਹਾਲ, ਆਪਣੇ ਗੁਰੂ ਨਾਨਕ ਨਿਵਾਸ, ਗੁਰੂ ਰਾਮਦਾਸ ਸਰਾਂ, ਉਧਰ ਸਾਡਾ ਕੋਈ ਸੰਬੰਧ ਨਹੀਂ। ਫੈਡਰੇਸ਼ਨ ਦੇ ਕੁਛ ਹੈਗੇ ਸੀ ਬੰਦੇ, ਉਹ ਅਕਾਲ ਰੈਸਟ ਹਾਊਸ 'ਚ ਹੁੰਦੇ ਸੀ, ਜਾਂ ਤੇ ਉਹਨਾਂ ਬਾਰੇ ਉਹ ਕਲੀਅਰ ਕਰ ਸਕਦੇ ਆ, ਮੈਨੂੰ ਨਹੀਂ ਪਤਾ ਇਸ ਬਾਰੇ। ਸਰਦਾਰ ਭਗਵਾਨ ਸਿੰਘ ਹੁਣਾਂ ਨਾਲ ਜਿਹੜੀ ਹੁਣ ਗੱਲਬਾਤ ਕੁਝ ਸੰਖੇਪ ਜਿਹੜੀ ਕਰਕੇ ਹਟੇ ਆ, ਇਹ ਕਰਨੀ ਇਸ ਕਰਕੇ ਜ਼ਰੂਰੀ ਸੀ, ਜਿਨ੍ਹਾਂ ਨੇ ਇਸ ਗੱਲਬਾਤ ਦਾ ਪਹਿਲਾ ਭਾਗ ਵੇਖਿਆ ਨਾ, ਤਾਂ ਉਹ ਗੱਲ ਇੱਥੋਂ ਟੁੱਟ ਕੇ ਤੇ ਫਿਰ ਅੱਗੇ ਜੋੜਨੀ ਜ਼ਰੂਰੀ ਸੀ। ਹੁਣ ਗੱਲ ਸਿੱਧੀ ਕਰਦੇ ਹਾਂ ਜੂਨ 1984 ਦੇ ਹਮਲੇ ਦੇ ਬਾਰੇ, ਕਿਉਂਕਿ ਇਹ ਜਿਹੜੇ ਸਿੰਘਾਂ ਦਾ ਜਥਾ ਸ੍ਰੀ ਹਜੂਰ ਸਾਹਿਬ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜੂਝਣ ਦੇ ਵਾਸਤੇ ਪਹੁੰਚ ਚੁੱਕਾ ਸੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ। ਅਤੇ ਇੱਥੇ ਜਾਣਨਾ ਬੜਾ ਜ਼ਰੂਰੀ ਆ ਕਿ ਕੀ ਜਿਹੜੀ ਮੋਰਚਾਬੰਦੀ ਆ, ਜਿਸ ਮੋਰਚਾਬੰਦੀ ਦੇ ਆਸਰੇ, ਗੁਰੂ ਦੀ ਬਖਸ਼ਿਸ਼ ਦੇ ਆਸਰੇ ਇੰਨੇ ਵੱਡੇ ਰੂਪ ਦੇ ਵਿੱਚ ਸਿੰਘ ਜੂਝੇ, ਤਾਂ ਮੋਰਚਾ ਜਿਹੜਾ ਤਿਆਰ ਕਰਨਾ ਉਹ ਜੰਗ ਦਾ ਇੱਕ ਕਹਿ ਲਓ ਪ੍ਰਥਮ ਕਦਮ ਹੁੰਦਾ, ਪਹਿਲੇ ਕਦਮ ਹੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਤੇ ਫਿਰ ਅੱਗੇ ਜੂਝਣਾ ਹੁੰਦਾ। ਬੰਦੀ ਦੀ ਤਿਆਰੀ ਕਦੋਂ ਸ਼ੁਰੂ ਹੋ ਗਈ? ਮੋਰਚੀ ਬੰਦੀ ਦੀ ਤਿਆਰੀ ਤੇ ਉਸ ਤਰ੍ਹਾਂ ਚਲੋ ਪਹਿਲੋਂ ਜਿਹੜੇ ਸਿੰਘ ਸੰਤਾਂ ਨੂੰ ਮਤਲਬ ਕਿ ਉਹਦੀ ਪ੍ਰੋਡਕਸ਼ਨ ਤੇ ਹੈਗੇ ਸੀ, ਉਹਨੂੰ ਕਰ ਰਹੇ ਸੀ, ਤੇ ਉਹਨਾਂ ਵਾਸਤੇ ਕਿ ਜਿੱਥੇ ਬੰਦੇ ਰਹਿੰਦੇ ਸੀ ਉੱਥੇ ਕੁਝ ਬੋਰੀਆਂ ਲਾਈਆਂ ਸੀ ਜਾਂ ਇੱਟਾਂ ਲਾਈਆਂ ਸੀ, ਅੱਗੋਂ ਉਹਨਾਂ ਨੇ ਸੇਫ ਆਪਣੇ ਵਾਸਤੇ ਬਾਰੀਆਂ ਬੂਰੀਆਂ ਜਿੱਥੇ ਰਹਿੰਦੇ ਸੀ, ਕਿ ਹਰ ਡਿਊੜੀ 'ਚ ਹੀ ਕਿ ਜਿਹੜੇ ਰਸਤੇ ਜਾਂਦੇ ਸੀ ਸੰਤਾਂ ਦੀ ਰਿਹਾਇਸ਼ ਨੂੰ, ਜਿੱਥੇ ਸੰਤ ਰਹਿੰਦੇ ਸੀ, ਕਿ ਉੱਥੋਂ ਕੋਈ ਬੰਦੇ ਉਹੋ ਜਿਹੇ ਜਾ ਕੇ ਕੋਈ ਇਹੋ ਜਿਹਾ ਕੋਈ ਕਾਰਾ ਨਾ ਕਰ ਦੇਣ ਸੰਤਾਂ ਦਾ। ਇਸ ਕਰਕੇ ਉਹ ਮੋਰਚੇ ਬਣੇ ਸੀ। ਜਿਹੜੇ ਆਮ ਮੋਰਚੇ ਦੂਜੇ ਬਣੇ ਆ ਜਦੋਂ, ਉਹ ਤੇ ਆਪਾਂ ਨੂੰ 26 ਤਰੀਕ ਨੂੰ ਸੰਤਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਮਿਲਟਰੀ ਨੇ ਇੱਥੇ ਅਟੈਕ ਹੋਣਾ ਵਾ। ਇਹ 26 ਮਈ 1984? ਹਾਂ, 26 ਮਈ ਨੂੰ ਹੀ ਪਤਾ ਲੱਗ ਗਿਆ ਸੀ ਕਿ ਮਿਲਟਰੀ ਕੁਛ ਨਾ ਕੁਛ ਐਕਸ਼ਨ ਕਰਨ ਜਾ ਰਹੀ ਹੈ, ਸਰਕਾਰ ਮਤਲਬ ਕਰਨ ਜਾ ਰਹੀ ਹੈ। ਤੇ ਫਿਰ ਕੁਛ ਮੋਰਚੇ ਬਣਾਉਣੇ ਸ਼ੁਰੂ ਕੀਤੇ, ਤੇ ਬਾਕੀ 1 ਤਰੀਕ ਨੂੰ ਜਦੋਂ ਗੋਲੀ ਚਲਾਈ ਹੈ CRP ਵਾਲਿਆਂ ਨੇ, ਤੇ ਉਹਦੇ ਬਾਅਦ ਫਿਰ ਜ਼ਿਆਦਾ ਮੋਰਚੇ ਜਿਹੜੇ ਸੀ ਉੱਚੀਆਂ ਬਿਲਡਿੰਗਾਂ 'ਤੇ, ਜਿਸ ਤਰ੍ਹਾਂ ਮਤਲਬ ਕਿ ਟੈਂਕੀ 'ਤੇ ਬਣਾਇਆ, ਉੱਧਰ ਅਸੀਂ ਨਹੀਂ ਗਏ। ਉਸ ਤਰ੍ਹਾਂ ਲੰਗਰ ਦੀ ਸਾਰੀ ਇਮਾਰਤ ਅਤੇ ਦੋਵਾਂ ਬੁਰਜਾਂ 'ਤੇ, ਅਤੇ ਅਕਾਲ ਤਖਤ ਦੇ ਲਾਗੇ ਹੀ ਇੱਕ ਮੰਦਰ ਹੀ, ਥੱਲੇ ਮੰਦਰ ਹੀ, ਉੱਤੇ ਕਮਰੇ ਹੀ, ਉੱਤੇ ਸਿੰਘ ਰਹਿੰਦੇ ਹੁੰਦੇ ਸੀ। ਉੱਥੇ ਕੁਛ ਮੋਰਚੇ ਉੱਪਰ ਬਣੇ ਸੀ। ਅੱਛਾ, ਤੁਸੀਂ 26 ਮਈ 1984 ਦਾ ਜ਼ਿਕਰ ਕੀਤਾ, ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ। ਜਦੋਂ ਸੰਤਾਂ ਨੇ ਜਾਂ ਜਥੇ ਨੇ ਇਹ ਮਹਿਸੂਸ ਕਰ ਲਿਆ ਕਿ ਸਰਕਾਰ ਕੁਛ ਕਰ ਸਕਦੀ ਆ, ਉਹ ਕਿਸ ਕਾਰਨ ਮਹਿਸੂਸ ਕੀਤਾ? 26 ਮਈ 1984 ਨੂੰ ਕੀ ਹਰਕਤ ਹੋਈ? ਨਹੀਂ, 26 ਮਈ ਨੂੰ ਕੋਈ ਹਰਕਤ ਨਹੀਂ ਹੋਈ। ਉਹ ਸੰਤਾਂ ਨੂੰ ਇਨਫੋਰਮੇਸ਼ਨ ਮਿਲੀ ਕਿਤਿਓਂ ਮਿਲਟਰੀ 'ਚ, ਜਿਸ ਤਰ੍ਹਾਂ ਸਰਦਾਰ ਵੀ ਤਾਂ ਹੈਗੇ ਸੀ ਨਾ, ਅਤੇ ਉਹਨਾਂ ਨੇ ਆ ਕੇ ਸੁਨਾਹ ਭੇਜਿਆ ਹੋਊਗਾ ਸੰਤਾਂ ਕੋ ਕਿ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਕਿ ਆਹ ਗੱਲਬਾਤ ਆ ਇੱਥੇ, ਅਤੇ ਇਸ ਤਰ੍ਹਾਂ ਮਿਲਟਰੀ ਮਤਲਬ ਕਿ ਐਕਸ਼ਨ ਦੇ ਵਿੱਚ ਹੈਗੀ ਆ, ਅਤੇ ਸਰਕਾਰ ਤੁਹਾਡੇ ਨਾਲ ਕੁਛ ਮਤਲਬ ਕਿ ਐਕਸ਼ਨ ਦੇ ਮੂਡ 'ਚ ਆ। ਅਤੇ ਸੰਤਾਂ ਕਿਹਾ ਕਿ ਠੀਕ ਹੈ ਬੀਬੀ, ਤੇਰਾ ਇੱਕ ਫਰਜ਼ ਹੀ ਬਣਦਾ ਸੀ, ਤੂੰ ਸਾਨੂੰ ਦੱਸਤਾ, ਸ਼ੁਕਰੀਆ ਤੇਰਾ, ਧੰਨਵਾਦ। ਪਰ ਸਾਡੇ ਕੋਲ ਇਨਫੋਰਮੇਸ਼ਨ ਆ ਚੁੱਕੀ ਆ ਪਹਿਲੋਂ ਹੀ ਕਿ ਮਤਲਬ ਠੀਕ ਆ, ਕਿ ਮਤਲਬ ਸਰਕਾਰ ਕੁਛ ਕਰਨਾ ਚਾਹੁੰਦੀ ਆ, ਕਿਉਂਕਿ 26 ਤਰੀਕ ਦੀ ਹੈ, 25 ਜਾਂ 26 ਦੀ ਆ, ਜਦੋਂ ਬਾਦਲ ਅਤੇ ਟੌਹਰਾ ਉੱਥੇ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਨ ਜਾਂਦੇ ਆ। ਇਹਨਾਂ ਦੀ ਵੀ ਉਸੇ ਦਿਨ ਹੀ ਉੱਥੋਂ ਮਤਲਬ ਕਿ ਟੁੱਟਦੀ ਆ ਗੱਲਬਾਤ। ਅਤੇ ਇਹ ਤਾਂ ਟੌਹਰੇ ਨੇ ਆ ਕੇ 3 ਤਰੀਕ ਨੂੰ ਦੱਸੀ ਸੀ ਨਾ, ਆ ਕੇ ਪਹਿਲੋਂ ਦੱਸੀ ਨਹੀਂ ਉਹਨਾਂ ਨੇ। ਪਰ ਸੰਤਾਂ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਕਿ ਸਰਕਾਰ ਕੁਛ ਨਾ ਕੁਛ ਮਤਲਬ ਕਿ ਇੱਥੇ ਕਰਨ ਜਾ ਰਹੀ ਹੈ। ਆਪਾਂ ਮੋਰਚੇਬੰਦੀ ਦੀ ਗੱਲ ਕੀਤੀ, ਤੁਸੀਂ ਕੁਝ ਜਗ੍ਹਾ ਦਾ ਨਾਮ ਦੱਸਿਆ ਜਿੱਥੇ ਤੇ ਮੋਰਚੇ ਬਣੇ ਹੋਏ ਸਨ। ਕਿਸ ਮੋਰਚੇ ਦੇ ਵਿੱਚ ਤੁਸੀਂ ਜੂਝੇ ਹੋ ਆਪਣੇ ਸਾਥੀਆਂ ਸਮੇਤ, ਤੇ ਪਹਿਲਾਂ ਉੱਥੇ ਮੋਰਚਾਬੰਦੀ ਕੀਤੀ ਗਈ ਹੋਵੇ, ਉਹ ਆਪਣੇ ਜੂਝਣ ਦਾ ਖੇਤਰ ਦੱਸੋ। ਨਹੀਂ, ਸਾਡੇ ਕੋਲ ਜਿਸ ਤਰ੍ਹਾਂ ਹੀ ਕਿ ਅਸੀਂ 40 ਸਿੰਘ ਸਾਂ, ਇਹਨਾਂ ਦੇ ਵਿੱਚੋਂ ਸਾਡੇ 17 ਸਿੰਘ ਹੈਗੇ ਸੀ ਆਪਣੇ ਲੰਗਰ ਦੇ ਉੱਤੇ, ਜਾਂ ਲੰਗਰ ਹੀ ਦੋਵੇਂ ਬੁਰਜ ਹੀ, ਜਾਂ ਨਾਲ ਆਪਣੀ ਹੈਗੀ ਸੀ ਡਿਊੜੀ ਜਿਹੜੀ ਲੰਗਰ ਵਾਲੀ ਜਿਹੜੀ ਆ। 6 ਸਿੰਘ ਸਾਡੇ ਹੈਗੇ ਸੀ ਜਿੱਥੇ ਭਾਈ ਰਛਪਾਲ ਸਿੰਘ ਦਾ ਅਤੇ ਸੁਜਾਨ ਸਿੰਘ ਦਾ ਰਿਹਾਇਸ਼ ਹੀ, ਜਿੱਥੇ ਜੋਗਿੰਦਰ ਸਿੰਘ ਬੇਦਾਂਤੀ ਜਹੇਦਾਰ ਜਿਹੜੇ ਆ ਹੁਣ ਪੂਰੇ ਹੋ ਗਏ ਆ, ਅਤੇ ਉਹਨਾਂ ਦੀ ਵੀ ਰਿਹਾਇਸ਼ ਹੀ ਉੱਥੇ, ਜਿੱਥੇ ਉਹ ਆਪਣੇ ਪ੍ਰਸ਼ਾਦ ਦੀਆਂ ਪਰਚੀਆਂ ਕੱਟਦੇ ਆ। ਤਾਂ ਉਹ ਤੋਂ ਪਹਿਲੋਂ ਜਿਹੜੀ ਆਉਂਦੀ ਆ ਆਪਣੇ ਕੀ ਨਾਮ ਆ ਛਬੀਲ, ਉੱਥੇ 6 ਸਿੰਘ ਸੀ।
ਤੇ ਬਾਕੀ 17 ਸਿੰਘ ਸਾਡੇ ਉੱਤੇ ਅਕਾਲ ਤਖਤ ਤੇ ਹੀ ਸੰਤਾਂ ਨਾਲ। ਜੀ ਜਿਹੜਾ ਬੁਰਜ ਆ ਰਾਮਗੜੀਆ ਬੁੰਗੇ ਦੀ ਗੱਲ ਹੋ ਜੇ, ਉਹੋ ਜੇ ਬੁੰਗੇ ਦੇ ਉੱਤੇ ਮੋਰਚਾ ਜਿਹੜਾ ਘੜਨਾ ਜਾਂ ਸਥਾਪਿਤ ਕਰਨਾ ਬਹੁਤ ਔਖਾ, ਤੇ ਉਸ ਵੇਲੇ ਦਾ ਕੋਈ ਦ੍ਰਿਸ਼ ਚੇਤੇ ਹੋਵੇ, ਕਿਉਂਕਿ ਇੰਨੀ ਉਚਾਈ ਦੇ ਵਿੱਚ ਜਾ ਕੇ ਬੋਰੀਆਂ ਭਰ ਲਾਉਣੀਆਂ ਉਹ ਕੋਈ ਸੌਖਾ ਕੰਮ ਤਾਂ ਨਹੀਂ ਸੀ। ਕੋਈ ਉਹ ਜਿਹੀ ਯਾਦ ਚੇਤੇ ਹੋਵੇ ਤੁਹਾਨੂੰ? ਗੱਲ ਤੇ ਇਸ ਤਰ੍ਹਾਂ ਕਿ ਜਿਹੜੇ ਦੋ ਬੁੰਗੇ ਨੇ, ਉਹ ਜਿਹੜੇ ਦੋ ਨੇ, ਉਹ ਇੱਕ ਜਿਹੜਾ ਵਾ ਇਹ ਆਪਣੇ ਲੰਗਰ ਦੀ ਬਿਲਡਿੰਗ ਦੇ ਨਾਲ ਲੱਗਦਾ ਬਿਲਕੁਲ, ਕਿ ਲੰਗਰ ਦੀਆਂ ਫਸਟ ਫਲੋਰ ਤੋਂ ਜਿਹੜੀਆਂ ਬਾਰੀ ਨੇ ਉਹਦੇ ਥਾਣੀ ਮਤਲਬ ਕਿ 3-4 ਫੁੱਟ ਦਾ ਫਾਸਲਾ ਵਾ, ਫੱਟਾ ਰੱਖ ਕੇ ਵੀ ਲੰਗਰ ਦੇ ਵਿੱਚ ਵੀ ਵੜ ਜੀਦਾ, ਬੁਰਜ ਥਾਣੀ ਆ ਉਧਰੋਂ ਲੰਗਰ ਤੋਂ ਬੁਰਜ ਰਾਹੀਂ ਥੱਲੇ ਭੋਰੇ 'ਚ ਵੀ ਆ ਜੀਦਾ ਸੀ। ਬਾਬੇ ਖੜਕਸੋਂ ਵਾਲੇ ਜਿਹੜਾ ਹੈਗਾ ਸੀ ਰਾਮਗੜੀਏ ਬੁੰਗਾ ਥੱਲੇ, ਜਿੱਥੇ ਬਾਬਾ ਬਘੇਲ ਸੋਹਣਾ ਨੇ ਜਿਹੜੀ ਉਹ ਸਿਲ ਉੱਥੋਂ ਲਿਆਂਦੀ ਸੀ ਨਾ ਦਿੱਲੀ ਤੋਂ, ਤੇ ਉਹ ਪਈ ਆ ਜਿੱਥੇ, ਉਹ ਮਤਲਬ ਬੁਰਜ ਦੇ ਵਿੱਚੋਂ ਹੀ ਲੰਗਰ ਤੇ ਵੀ ਚੱਲ ਜੀਦਾ ਤੇ ਲੰਗਰ ਤੋਂ ਉਹਦੇ ਵਿੱਚ ਵੀ ਆ ਜੀਦਾ ਸੀ। ਉਹ ਗੋਲ ਪੌੜੀਆਂ ਬਣੀਆਂ ਸੀ ਉੱਤੇ ਚੜ੍ਹਨ ਵਾਲੀਆਂ, ਇੱਕੋ ਸਟਾਪੇਜ ਸੀ ਉਹਦੇ ਵਿੱਚ। ਜਿਹੜਾ ਪਰਲਾ ਬੁਰਜ ਸੀ ਮੋਰਚਾ ਉੱਤੇ ਬਣਾਇਆ ਗਿਆ ਸੀ, ਪਰ ਉਹ ਪ੍ਰੋਬਲਮ ਇਹ ਸੀ ਕਿ ਉਹ ਨੰਗੇ ਧੜ ਹੀ, ਉਹ ਕੋਠੇ ਦੇ ਉੱਤੋਂ ਦੀ ਤੁਰ ਕੇ ਲੋਕ ਜਿਹੜੇ ਸਿੰਘ ਸੀ ਉਹਨਾਂ ਨੂੰ ਜਾਣਾ ਪੈਂਦਾ ਸੀ, ਤੇ ਉਹ ਉਹਨਾਂ ਦੇ ਟਾਰਗੇਟ ਹੇਠ ਆ ਜਾਂਦੇ ਸੀ ਬੰਦੇ। ਉਹ ਤੇ ਬੋਰੀਆਂ ਤੇ ਇੱਟਾਂ ਤੇ ਜਿਹੜੀਆਂ ਸੀ, ਉਹ ਤੇ ਜਿਹੜੇ ਲੋਕ ਉੱਥੇ ਮੱਥਾ ਟੇਕਣ ਪਿੰਡਾਂ ਵਾਲੇ ਆਮ ਆਏ ਸੀ, ਉਹ ਸੀ ਜਥੇ ਦੇ ਸਿੰਘ ਵੀ ਹੈਗੇ ਸੀ, ਸਾਡੇ ਸਿੰਘ ਵੀ ਸੀ, ਸਾਰਿਆਂ ਨੇ ਮਿਲ ਜੁਲ ਕੇ ਤੇ ਉਹ ਫਿਰ ਬੋਰੀਆਂ ਉੱਤੇ ਚੜਾਈਆਂ ਸੀ ਮਿੱਟੀ ਵਾਲੀਆਂ, ਤੇ ਕੁਛ ਇੱਟਾਂ ਵੀ ਖੜੀਆਂ ਸੀ ਉੱਤੇ, ਮੁੜ ਕੇ ਚਾਦਰਾਂ ਪਾਤੀਆਂ ਸੀ ਕਿ ਉੱਤੋਂ ਕੋਈ ਚੀਜ਼ ਡਿੱਗੂਗੀ ਤੇ ਅਸਰ ਨਾ ਹੋਵੇ ਬੰਦਿਆਂ ਤੇ। ਪਰ ਉਹ ਮੋਰਚਾ ਉਹਨਾਂ ਨੇ ਜਿੱਦਣ ਅਟੈਕ ਹੁੰਦਾ 4 ਤਰੀਕ ਨੂੰ 4:40 ਤੇ ਪਹਿਲਾ ਐਕਸ਼ਨ ਮਤਲਬ ਕਿ ਬੰਬ ਦਾ ਜਿਹੜਾ ਪਹਿਲਾ ਅਕਾਲ ਤਖਤ ਤੇ ਨਾਲ ਹੀ ਇੱਥੇ ਦੋਵਾਂ ਥਾਵਾਂ ਤੇ ਮਤਲਬ ਕਿ ਉਹਨਾਂ ਨੇ ਪਹਿਲਾ ਐਕਸ਼ਨ ਹੋਇਆ। ਉਹ ਚਾਦਰਾਂ ਦੇ ਪਹਿਲੇ ਹੱਲੇ ਉਹਨਾਂ ਡਾਤੀਆਂ ਉਹ ਵਾਲੀਆਂ। ਉਹ ਤਾਂ ਹੈਗੀਆਂ ਕਿ ਉਹਨਾਂ ਦੇ ਮੋਰਚੇ ਨੂੰ ਆਪਾਂ ਦੱਸਣਾ ਹੀ ਕਿ ਅਸੀਂ ਮਤਲਬ ਕਿ ਹੈਗੇ ਆ ਅੰਦਰ, ਅਸੀਂ ਸਿਲੰਡਰ ਨਹੀਂ ਕਰਾਂਗੇ ਸੰਤਾਂ ਦੇ ਕਹਿਣ ਦੇ ਮੁਤਾਬਕ, ਕਿ ਅਸੀਂ ਲਾਸਟ ਦਮ ਤੱਕ ਜਿੰਨਾ ਚਿਰ ਹੈਗੇ ਮਤਲਬ ਕਿ ਲੜਾਂਗੇ ਤੁਹਾਡੇ ਨਾਲ, ਕਿ ਮਤਲਬ ਕਿ ਸਿਲੰਡਰ ਨਹੀਂ ਕਰਾਂਗੇ ਅਸੀਂ। ਤੇ ਉਹ ਨਾਲ ਸਾਡਾ ਮੋਰਚਾ ਪਹਿਲੇ ਹਲੇ ਡਾਤਾ ਸੀ ਉਹਨਾਂ ਨੇ, ਮਿਲਟਰੀ ਨੇ। ਠੀਕ ਹੈ, ਤੁਸੀਂ ਇਹ ਗੱਲ ਦੱਸੀ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਜੂਨ 1984 ਦਾ ਹਮਲਾ ਹੋਇਆ ਤਾਂ ਜਿਹੜੀ ਸਾਡੀ ਜਵਾਨ ਹੋ ਰਹੀ ਪੀੜ੍ਹੀ ਜਾਂ ਜਿਹੜੇ ਵੀ ਜਿਗਿਆਸੂ ਰੂਪ ਦੇ ਵਿੱਚ ਸਿੱਖ ਇਸ ਬਾਰੇ ਜਾਣਨਾ ਚਾਹੁੰਦੇ ਆ ਕਿ ਉਸ ਵੇਲੇ ਕੀ ਵਾਪਰਿਆ। ਤੇ ਮੈਂ ਇਹ ਸਰਦਾਰ ਭਗਵੰਤ ਸਿੰਘ ਹੁਣਾਂ ਤੋਂ ਇਸ ਸਿਲਸਿਲੇਵਾਰ ਇਸ ਤਰੀਕੇ ਨਾਲ ਪੁੱਛਣਾ ਚਾਹੁੰਦਾ ਵਾਂ ਕਿ ਆਪਾਂ ਤਰੀਕਾਂ ਦੇ ਤੌਰ ਦੇ ਉੱਤੇ ਗੱਲ ਕਰੀਏ, ਕਿ ਸਾਨੂੰ ਆਪਣੀ ਸੁਰਤ ਦੇ ਵਿੱਚੋਂ ਜੋ ਤੁਸੀਂ ਹੰਡਾਇਆ, ਕਿ ਅਸੀਂ ਤਰੀਕਾਂ ਤੋਂ ਬਾਹਰ ਨਾ ਜਾਈਏ, ਤਰੀਕਾਂ ਦੇ ਹਿਸਾਬ ਨਾਲ 1 ਤਰੀਕ ਦੀ ਘਟਨਾਵਾਂ ਤੋਂ ਆਪਾਂ ਸ਼ੁਰੂ ਹੋਈਏ। ਤੇ ਜੀ ਤੁਸੀਂ ਪੁੱਛ ਸਕਦੇ ਜੀ। ਹਾਂ, ਮੈਂ ਇਹੀ ਚਾਹੁੰਦਾ ਪੁੱਛਣਾ ਕਿ ਜੂਨ 1984 ਨੂੰ ਕੀ ਕੁਛ ਵਾਪਰਿਆ। 1 ਜੂਨ ਨੂੰ ਉੱਥੇ ਇੱਕ ਬਾਬਾ ਬੂਟਾ ਸਿੰਘ ਸੀ ਅਤੇ ਕੋਟਕਪੂਰੇ ਵਾਲ ਦਾ, ਉਹਦੇ ਨਾਲ ਇੱਕ ਸਿੰਘਣੀ ਸੀ ਉਹਦੀ, ਤੇ ਉਹ ਹਾਰਮੋਨੀਅਮ ਤੇ ਗਾਣਾ ਗਾ ਰਹੇ ਸੀ, ਜਿਸ ਤਰ੍ਹਾਂ ਮਤਲਬ ਕਿ ਵਾਰਾਂ ਹੁੰਦੀਆਂ ਨੇ ਵੀਰ ਰਸ ਵਾਲੀਆਂ ਕਵਿਤਾਵਾਂ ਜਿਹੜੀਆਂ। ਨਹੀਂ, ਲੰਗਰ ਹਾਲ ਦੀ ਬਿਲਡਿੰਗ ਦੇ ਉੱਤੇ 12:30 ਪੌਣੇ 1 ਦਾ ਟਾਈਮ ਹੋਊਗਾ। ਤੇ ਉਦੋਂ ਕੁਛ ਨਾਲ ਹੀ ਉਹ ਸੰਗਲਾਂ ਵਾਲੀ ਗਲੀ ਆਉਂਦੀ ਸੀ ਬ੍ਰਹਮ ਬੂਟੇ ਬ੍ਰਹਮ ਖਾੜੇ ਦੇ ਵਿੱਚ ਦੀ, ਤੇ ਉੱਥੇ ਕੁਛ ਕਹਿਣ ਦੇ ਮੁਤਾਬਿਕ ਬਹਿਸ ਹੋਈ ਜਿਸ ਤਰ੍ਹਾਂ, ਉਹਦੇ ਤੋਂ ਫਿਰ CRP ਨੇ ਗੋਲੀ ਸ਼ੁਰੂ ਕਰਤੀ ਚਲਾਉਣੀ। ਉਧਰੋਂ ਗੋਲੀ ਫਾਇਰ, ਫਿਰ ਉਸੇ ਮੋਰਚੇ ਤੋਂ ਨਹੀਂ, ਜਿੰਨੇ ਮੋਰਚੇ ਹੈਗੇ CRP ਦੇ, ਉਹਨੇ ਆਪਣੇ ਹਰ ਇੱਕ ਮੋਰਚੇ ਤੋਂ ਫਾਇਰ, ਦਰਬਾਰ ਸਾਹਿਬ ਦੀਆਂ ਉੱਚੀਆਂ ਜਿੰਨੀਆਂ ਬਿਲਡਿੰਗਾਂ ਸੀ ਮਤਲਬ ਕਿ ਉਹਨਾਂ ਨੂੰ ਜਿੱਤੇ ਸ਼ਾਕੀ ਉਹਨਾਂ ਨੇ ਫਾਇਰਿੰਗ ਕੀਤੀ, ਜਿਹਦੇ ਵਿੱਚ 5-7 ਸਿੰਘ ਵੀ ਆਪਣੇ ਸ਼ਹੀਦ ਹੋਏ, ਜਿਹ 'ਚ ਇੱਕ ਬੱਬਰਾਂ ਦਾ ਮਹਿੰਗਾ ਸਿੰਘ ਵੀ ਬਾਬੇ ਟਲ ਦੇ ਉੱਤੇ ਵੀ ਸ਼ਹੀਦ ਹੁੰਦਾ ਵਾ, ਇੱਕ ਰਾਮ ਸਿੰਘ ਹੀ, ਹੋਰ ਵੀ ਮਤਲਬ ਕਿ 5-7 ਸਿੰਘ ਉੱਥੇ ਸ਼ਹੀਦ ਹੋ ਗਏ ਸੀ ਉਹਦੇ 1 ਤਰੀਕ ਨੂੰ। ਉਹਦੇ ਬਾਅਦ ਫਾਇਰਿੰਗ ਬੰਦ ਹੋ ਗਈ, ਸੰਤ ਜਿਹੜੇ ਸੀ ਉਹ ਫਿਰ ਅਕਾਲ ਤਖਤ ਤੇ ਚਲੇ ਜਾਂਦੇ ਨੇ। ਇੱਕ ਨੂੰ ਸਿਰਫ ਉਨੀ ਕਾਰਵਾਈ, ਬਾਕੀ ਜਿਹੜੇ ਉੱਥੇ ਉਹਨਾਂ ਦਾ ਸੰਸਕਾਰ ਵੀ ਅੰਦਰ ਹੀ ਕਰ ਦਿੱਤਾ ਗਿਆ ਸੀ। ਤੁਸੀਂ ਉਸ ਵੇਲੇ ਉੱਥੇ ਹਾਜ਼ਰ ਸੀ? ਨਹੀਂ, 1 ਤਰੀਕ ਨੂੰ ਹਾਜ਼ਰ ਨਹੀਂ ਸਾਂ। 1 ਤਰੀਕ ਨੂੰ 10 ਵਜੇ ਮੇਰੇ ਨਾਲ ਮੇਰਾ ਗੁਰਮੇਲ ਸਿੰਘ ਫੌਜੀ ਜਿਹੜਾ ਸੀ, ਮੇਰਾ ਜਹੇਦਾਰ ਹੀ ਸਾਡਾ, ਉਹ ਹੀ ਇੱਕ ਪਰਮਜੀਤ ਸਿੰਘ ਖਾਲਸਾ ਸੀ ਆਪਣੇ ਪਰਾਗਪੁਰ ਜਲੰਧਰ ਤੋਂ, ਇੱਕ ਬਿੱਲੂ ਹੀ ਮੁੰਡਾ। ਇਹ ਅਸੀਂ ਕਾਰਸੇਰਾ ਟਰੱਕ ਲੈ ਕੇ ਤੇ ਅਸੀਂ ਗਏ ਸਾਂ, ਲਿਬੜੇ ਜਾਣਾ ਸੀ, ਕੋਈ ਕੰਮ ਸੀ ਲੁਧਿਆਣੇ ਲਾਗੇ, ਤੇ ਅਸੀਂ ਚਲੇ ਗਏ ਹਾਂ। ਤੇ ਸਾਡੇ ਜਾਣ ਤੋਂ ਬਾਅਦ ਇਹ ਫਾਇਰਿੰਗ ਸ਼ੁਰੂ ਹੁੰਦੀ ਆ, ਤੇ ਅਸੀਂ ਜਦੋਂ ਸ਼ਾਮੀ ਉੱਧਰੋਂ ਮੁੜੇ ਹਾਂ ਪਰਾਗਪੁਰ ਵਾਪਸ ਆਏ ਹਾਂ। ਪਰਮਜੀਤ ਵੀ ਸਾਡੀ ਉੱਥੇ ਰਹਿੰਦਾ ਹੁੰਦਾ ਸੀ, ਤੇ ਉਦਣ ਫਿਰ ਉਹ ਪਰਮਜੀਤ ਉੱਥੇ ਰਹਿ ਗਿਆ, ਤੇ ਮੈਂ ਫੌਜੀ ਤੇ ਇੱਕ ਸਾਡੇ ਨਾਲ ਗੋਰਖਾ ਸੀ, ਉਹ ਵੀ ਅੰਮ੍ਰਿਤਧਾਰੀ ਸੀ, ਸਿੰਘ ਸੱਜਿਆ ਸੀ, ਨੇਪਾਲੀ ਸੀ ਉਸ ਤਰ੍ਹਾਂ ਉਹ।
ਤੇ ਉਹ ਸਾਡੇ ਨਾਲ ਹੀ ਹਜੂਰ ਸਾਹਿਬ ਤੋਂ ਆਇਆ ਸੀ। ਤੇ ਜਦੋਂ ਅਸੀਂ ਪਹੁੰਚੇ ਆ 7 7:30 8 ਵੱਜ ਗਏ ਹੋਣਗੇ। ਤੇ ਉੱਥੇ ਆ ਕੇ ਸਾਨੂੰ ਮਤਲਬ ਕਿ ਖਬਰ ਮਿਲੀ ਕਿ ਇਸ ਤਰ੍ਹਾਂ ਤਾਂ ਦਰਬਾਰ ਸਾਹਿਬ ਦੇ ਉੱਤੇ ਮਤਲਬ ਗੋਲੀ ਫਾਇਰਿੰਗ ਹੋਈ ਆ, ਮੁਕਾਬਲਾ ਹੋਇਆ ਆਮੋ ਸਾਹਮਣਾ। ਤੇ ਅਸੀਂ ਕਿਹਾ ਠੀਕ ਆ, ਕਹਿੰਦੇ ਪ੍ਰਸ਼ਾਦਾ ਛਕ ਲਓ ਤੇ ਫਿਰ ਤੁਸੀਂ ਮਤਲਬ ਕਿ ਸਵੇਰੇ ਚੱਲ ਜਾਓ, ਰਾਤ ਕਿੱਥੇ ਜਾਓਗੇ। ਪਰ ਉਦੋਂ ਸੜਕਾਂ 'ਤੇ ਕਾਫੀ ਮਿਲਟਰੀ ਦੀਆਂ ਗੱਡੀਆਂ ਜਿਹੜੀਆਂ ਸੀ ਆ ਰਹੀਆਂ ਸਨ ਅੰਮ੍ਰਿਤਸਰ ਵੱਲ ਨੂੰ, ਉਧਰ ਲੁਧਿਆਣੇ ਵੱਲ। ਹੋਰ ਲੋਕਾਂ ਦੀ ਵੀ ਆਵਾਜਾਈ ਸੀ? ਹੋਰ ਹਾਂ, ਆਮ ਚੱਲਣ ਡਈਆਂ ਸੀ ਗੱਡੀਆਂ ਸਾਰੀਆਂ 1 ਤਰੀਕ ਨੂੰ। ਤੇ ਅਸੀਂ ਕਿਹਾ ਕਿ ਨਹੀਂ, ਰੋਟੀ ਅਸੀਂ ਫਿਰ ਹੁਣ ਨਹੀਂ ਖਾਣੀ, ਅਸੀਂ ਚੱਲੇ ਹਾਂ। ਅਸੀਂ ਗੱਡੀ 'ਤੇ ਬਹਿ ਕੇ ਤੇ ਅਸੀਂ ਆ ਗਏ। ਤੇ ਅਸੀਂ ਲੇਟ ਹੋ ਗਏ ਹਾਂ ਕਾਫੀ, 10 11 ਵਜੇ ਨਾਲ ਹੀ ਸੀ। ਤੇ ਫਾਇਰਿੰਗ ਅੰਦਰ ਹੋਈ ਸੀ ਤੇ ਉਦੋਂ ਬਿਲਕੁਲ ਸੁੰਨਸਾਨ ਹੋ ਗਿਆ ਸੀ ਸ਼ਹਿਰ। ਤੇ ਮਿਲਟਰੀ ਦੀਆਂ ਗੱਡੀਆਂ ਜ਼ਿਆਦਾਤਰ ਆਈ ਜਾਣ ਡੀਆਂ ਸੀ। ਤੇ ਮਿਲਟਰੀ ਜ਼ਿਆਦਾ ਵੇਖ ਕੇ ਤੇ ਫਿਰ ਇਹ ਕਿਹਾ ਗੱਡੀਆਂ ਹੀ ਭਗਤਾਂ ਵਾਲੇ ਗੇਟ, ਅਕਾਲੀ ਨਿਰੰਜਨ ਸਿੰਘ, ਉਹਦੇ 3 ਬੇਟੇ ਸੀ, ਅਜੀਤ ਸਿੰਘ, ਵੀਰ ਸਿੰਘ, ਇਹ ਸਾਰੇ। ਤੇ ਉਹਨਾਂ ਦੇ ਘਰ ਗੱਡੀ ਲਾਤੀ। ਅਸੀਂ ਕੋਸ਼ਿਸ਼ ਕੀਤੀ ਪਰ ਵੇਖਿਆ ਕਿ ਨਹੀਂ, ਜਾਣ ਦਾ ਇਸ ਵੇਲੇ ਕੋਈ ਫਾਇਦਾ ਨਹੀਂ ਸਾਨੂੰ। ਫਿਰ ਅਸੀਂ ਕਿਹਾ ਸਵੇਰੇ ਕੱਲ੍ਹ ਵੇਖਦੇ ਹਾਂ ਕੀ ਹੁੰਦਾ ਵਾ। ਫਾਇਰਿੰਗ ਹੋ ਨਹੀਂ ਰਹੀ ਸੀ, ਬੰਦ ਸੀ ਬਿਲਕੁਲ। ਤੇ 2 ਤਰੀਕ ਨੂੰ ਵੀ ਫਿਰ ਉਹਨਾਂ ਨੇ ਕਰਫਿਊ ਲਾ ਦਿੱਤਾ। ਤੇ 2 ਤਰੀਕ ਨੂੰ ਸਾਡੇ ਕੋਲ ਜਾਇਆ ਨਹੀਂ ਗਿਆ। ਅਸੀਂ ਬੜੀ ਵਾਰੀ ਕੋਸ਼ਿਸ਼ ਕੀਤੀ ਲਾਗੇ ਗਲੀਆਂ ਗੁਲੀਆਂ ਥਣੀ ਜਾਣ ਦੀ, ਪਰ ਨਹੀਂ ਜਾਇਆ ਗਿਆ। ਫਾਇਰਿੰਗ 2 ਤਰੀਕ ਨੂੰ ਕੋਈ ਨਹੀਂ ਹੋਈ, ਕੋਈ ਆਵਾਜ਼ ਨਹੀਂ ਆ ਰਹੀ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਸ਼ਾਂਤ ਆ ਮਾਹੌਲ, ਤੇ ਚਲੋ ਵੇਖਦੇ ਹਾਂ। ਫਿਰ 2 ਤਰੀਕ ਦੀ ਸ਼ਾਮੀ ਫਿਰ ਅਨਾਉਂਸਮੈਂਟ ਹੋਈ ਆ ਸਰਕਾਰ ਵੱਲੋਂ ਕਿ 3 ਤਰੀਕ ਨੂੰ ਕਰਫਿਊ ਖੋਲ੍ਹ ਦਿੱਤਾ ਜਾਊਗਾ। 3 ਤਰੀਕ ਨੂੰ 5ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਵੀ ਹੈਗਾ ਸੀ। ਉਹਨਾਂ 3 ਤਰੀਕ ਨੂੰ ਖੋਲ੍ਹਤਾ। ਅਸੀਂ ਸਵੇਰੇ 5 6 ਵਜੇ ਫਿਰ ਦਰਬਾਰ ਸਾਹਿਬ ਆ ਗਏ। ਆ ਕੇ ਫਿਰ ਸੰਤਾਂ ਨੂੰ ਮਿਲਦੇ ਹੋ? ਹਾਂ, ਆ ਕੇ ਫਿਰ ਸਿੱਧੇ ਅਸੀਂ ਸੰਤਾਂ ਕੋਲ ਚਲੇ ਜਾਂਦੇ ਹਾਂ ਉੱਪਰ। ਤੇ ਸੰਤਾਂ ਨੂੰ ਫਤਿਹ ਬੁਲਾਈ ਜਾ ਕੇ। ਸੰਤਾਂ ਖੁਸ਼ ਹੋ ਜਾਂਦੇ ਕਿ ਠੀਕ ਆ ਗਏ ਜੇ, ਕਿ ਹਾਂਜੀ ਹਾਂਜੀ ਆ ਗਏ ਜੇ। ਕਹਿੰਦਾ ਕੋਈ ਗੱਲ ਨਹੀਂ, ਬੈਠੋ। ਤੇ ਅਸੀਂ ਉੱਥੇ ਹੋਰ ਵੀ ਸਿੰਘ ਸਾਰੇ ਜਥੇਬੰਦੀਆਂ ਦੇ ਜਿਹੜੇ ਹੈਗੇ ਸੀ ਇਕੱਠੇ ਹੋਏ ਸੀ ਸਾਰੇ। ਫਿਰ ਸੰਤਾਂ ਨੇ ਉੱਪਰ ਕਿਹਾ, ਉੱਪਰ ਚਲੋ ਸਾਰੇ ਸਿੰਘ ਅਕਾਲ ਤਖਤ ਦੇ। ਅਕਾਲ ਤਖਤ ਦੀ ਉੱਪਰਲੀ ਮੰਜ਼ਿਲ 'ਤੇ ਜਦੋਂ ਅਸੀਂ ਗਏ, ਉੱਤੇ ਹੀ ਉਹ ਤੰਦੂਰ ਜਿਹਾ ਜਿਹੜਾ ਉਹ ਬਣਾਇਆ ਸੀ, ਜਿੱਥੇ ਸੰਤ ਫਤਿਹ ਸਿੰਘ ਸ਼ਾਇਦ ਉਹਨਾਂ ਨੇ ਹਵਨ ਕੁੰਡ। ਹਵਨ ਕੁੰਡ ਜਿਹੜਾ ਸੀ, ਲੱਕੜਾਂ ਵਿੱਚੇ ਪਾਈਆਂ ਸੀ ਉਹਦੇ ਛਤੀਰੀਆਂ ਜੀਆਂ। ਉੱਥੇ ਉੱਤੇ ਵੀ ਸੰਤ ਵੀ ਆ ਗਏ। ਸੰਤਾਂ ਨੇ ਫਿਰ ਜਥੇ ਨੂੰ ਸੰਬੋਧਨ ਹੋ ਕੇ ਕਿਹਾ, ਫਤਿਹ ਬੁਲਾਈ ਸਿੰਘਾਂ ਨੂੰ। ਤੇ ਕਿਹਾ ਕਿ ਸਮਾਂ ਜਿਹੜਾ ਵਾ ਮਤਲਬ ਕਿ ਜਿਸ ਦੀ ਉਡੀਕ ਸੀ ਸਾਨੂੰ, ਸਮਝੋ ਕਿ ਉਹ ਆ ਗਿਆ। ਤੇ ਸਰਕਾਰ ਮਤਲਬ ਕਿ ਦਰਬਾਰ ਸਾਹਿਬ ਦੇ ਅੰਦਰ ਇਨ ਹੋਊਗੀ ਆਪਣੀ ਕਾਰਵਾਈ ਕਰਨ ਵਾਸਤੇ। ਤੇ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ। ਤੇ ਅਗਰ ਮੈਨੂੰ ਕੁਝ ਹੋ ਜਾਂਦਾ ਵਾ ਤੇ ਫਿਰ ਤੁਸੀਂ ਮਤਲਬ ਜੇ ਟਕਸਾਲ ਦਾ ਮੁਖੀ ਆ, ਸਮੂਹ ਜਥੇ ਨੇ ਮਤਲਬ ਮਤਾ ਕਰਕੇ ਆਪਣਾ, ਤੇ ਜੋ ਤੁਹਾਨੂੰ ਸਿੰਘ ਲੱਗੂਗਾ ਵਧੀਆ, ਉਹਨੂੰ ਮਤਲਬ ਕਿ ਤੁਸੀਂ ਬਾਗਡੋਰ ਸੰਭਾਲ ਦਿਓ ਜਥੇ ਦੀ। ਤੇ ਆਂਦੇ ਕਿ ਘਬਰਾਇਓ ਨਾ, ਹੁਣ ਆਪਾਂ ਇੰਨਾ ਚਿਰ ਦੇ ਬੈਠੇ ਸਾਂ, ਜਿਸ ਦੀ ਉਡੀਕ ਸੀ ਉਹ ਦਿਨ ਹੁਣ ਆ ਗਿਆ। ਤੇ ਆਪਾਂ ਇੱਕ ਵਾਰੀ ਚਮਕੌਰ ਦੀ ਗੜੀ ਦਰਾ ਦਿਆਂਗੇ। ਆਂਦੇ ਕਿਆ ਲੈਂਦੋ, ਜਿਹੜੇ ਸਾਨੂੰ ਵੀ ਉਦੋਂ ਇੰਨਾ ਨਹੀਂ ਪਤਾ ਸੀ ਕਿ ਅਸੀਂ ਤੇ ਜੋ ਤਿਆਰੀ ਕੀਤੀ ਉਹ ਤੇ ਮਿਲਟਰੀ ਨਾਲ ਕੀਤੀ, ਜਾਂ CRP ਨਾਲ, ਜਾਂ BSF, ਕਿ ਇਹ ਆਊਗੀ ਅੰਦਰ। ਕਿਉਂਕਿ ਦੁਨੀਆ ਦੇ ਉੱਤੇ ਨਾ ਤਾਂ ਪੜ੍ਹਿਆ ਸੀ ਤੇ ਨਾ ਕਦੀ ਸੁਣਿਆ ਸੀ ਕਿ ਆਪਣੀ ਪਬਲਿਕ ਦੇ ਉੱਤੇ ਆਪਣੇ ਦੇਸ਼ ਦੀ ਫੌਜ ਕਦੀ ਤੋਪਾਂ ਟੈਂਕਾਂ ਦੇ ਨਾਲ ਮਤਲਬ ਕਿ ਹਮਲਾ ਕਰੂਗੀ। ਸਾਨੂੰ ਅਸੀਂ ਤਾਂ ਤਿਆਰੀ ਉਸ ਹਿਸਾਬ ਦੀ ਸੀ ਨਾ, ਕਿ ਸਾਡੇ ਕੋਲ ਟੈਂਕਾਂ ਨਾਲ ਲੜਨ ਵਾਲੇ ਹਥਿਆਰ ਥੋੜ੍ਹੀ ਹੈਗੇ ਸੀ। ਇਹ ਤੇ ਫਿਰ ਜਦੋਂ ਇਹ ਗੱਲਬਾਤ ਹੋ ਗਈ ਸੰਤਾਂ ਨੇ, ਫਿਰ ਜੋ ਹਥਿਆਰ ਜਿੱਥੇ ਜਿੱਥੇ ਲੋਕਾਂ ਜਿਨ੍ਹਾਂ ਜਿਹੜੇ ਮੋਰਚੇ 'ਚ ਹੈਗੇ ਸੀ ਸਿੰਘ, ਫੈਡਰੇਸ਼ਨ ਵਾਲੇ ਸੀ, ਬੱਬਰ ਵੀ ਆਏ, ਬੱਬਰਾਂ ਨੂੰ ਵੀ ਉਹਨਾਂ ਦੇ ਬੰਦੇ ਵੀ ਲੈ ਕੇ ਗਏ ਹਥਿਆਰ, ਜਥੇ ਵਾਲੇ ਵੀ ਸੀ। ਉੱਥੇ ਜਿਹੜਾ ਇਕੱਠ ਹੋਇਆ, ਜਿਹੜੀ ਬੈਠਕ ਹੋਈ ਸਿੰਘਾਂ ਦੇ ਨਾਲ ਸੰਤਾਂ ਦੀ, ਉਹ ਸਾਰੇ ਜੂਝਣ ਵਾਲੇ ਹੀ ਸਨ? ਨਹੀਂ, ਸਾਰੇ ਸੀ ਉਹਦੇ ਵਿੱਚ ਜੂਝਣ ਵਾਲੇ, ਮਤਲਬ ਕਿ ਸਾਰੇ ਉਹ ਲੜਨ ਵਾਲੇ। ਮਤਲਬ ਕਿ ਉਹ ਕਿਹੜੀ ਫੌਜ ਭਰਤੀ ਕੀਤੀ ਸੀ ਉੱਥੇ, ਆਮ ਸਿੰਘ ਸੀ ਸਾਰੇ। ਉਹ ਕਿਹੜੇ ਟ੍ਰੇਨਿੰਗ ਲੈ ਕੇ ਮਤਲਬ ਕਿ ਪ੍ਰੋਫੈਸ਼ਨਲ ਬੰਦੇ ਸਨ ਕੋਈ ਵੀ। ਉਹ ਤਾਂ ਸਾਰੇ ਤਰ੍ਹਾਂ ਦੇ ਬੰਦੇ ਸੀ। ਹੁਣ ਉੱਥੇ ਸੇਵਾ ਭਾਵ ਵਾਲੇ ਵੀ ਹੈਗੇ ਸੀ, ਕੀਰਤਨ ਕਰਨ ਵਾਲੇ ਵੀ ਸਿੰਘ ਜਥੇ 'ਚ ਹੁੰਦੇ ਸੀ। ਫਿਰ ਅੰਮ੍ਰਿਤਪਾਨ ਕਰਾਉਣ ਵਾਸਤੇ ਜਿਹੜੇ ਬਾਹਰ ਜਾਂਦੇ ਸੀ ਸਿੰਘ, ਜਿਸ ਤਰ੍ਹਾਂ ਭਾਈ ਮੋਹਕਮ ਸਿੰਘ ਹੀ, ਭਾਈ ਸੁਰਜੀਤ ਸਿੰਘ ਹੀ, ਇਹਨਾਂ ਦੀ ਡਿਊਟੀ ਹੁੰਦੀ ਸੀ। ਇਹ ਕਦੀ ਗਨਮੈਨ ਨਹੀਂ ਸੀ ਉੱਥੇ ਕਿ ਹਥਿਆਰ ਲੈ ਕੇ, ਕਦੀ ਉੱਥੇ ਸ਼ੌਕੀਆ ਤੌਰ 'ਤੇ ਚਲੇ ਜਾਂਦੇ। ਨਹੀਂ ਤਾਂ ਇਹਨਾਂ ਦਾ ਕੰਮ ਸੀ ਕਿ ਤੁਹਾਂ ਜਾ ਕੇ ਪਿੰਡਾਂ 'ਚ ਲੋਕੀ ਜਿੱਥੋਂ ਆਉਂਦੇ ਕਿ ਸਾਡੇ ਪਿੰਡ 'ਚ ਇੰਨੇ ਬੰਦੇ ਦਾ ਅੰਮ੍ਰਿਤ ਛਕਣਾ ਵਾ, ਇਹ ਫਿਰ ਉੱਥੇ 5 ਪਿਆਰੇ ਲੈ ਕੇ ਚਲੇ ਜਾਂਦੇ ਹੁੰਦੇ ਸੀ ਤੇ ਉਹਨਾਂ ਨੂੰ ਅੰਮ੍ਰਿਤਪਾਨ ਕਰਾ ਕੇ ਆਏ ਜਾਂ ਜੇ ਸਾਡੇ ਸਿੰਘ ਵੀ ਜਾਇਆ ਕਰਦੇ ਸੀ ਨਾਲ ਹੀ।
ਜੂਝਣ ਵਾਲੇ ਸਾਰੇ ਮਤਲਬ ਕਿ ਜੂਝਣ ਵਾਲੇ ਵੀ ਹੈਗੇ ਸੀ ਤੇ ਉਸ ਤਰ੍ਹਾਂ ਦੇ ਵੀ ਸਿੰਘ ਹੈਗੇ ਸੀ, ਜਥੇ ਦੇ ਜਿਹੜਾ ਪ੍ਰੇਮ ਕਰਨ ਵਾਲੇ ਬੰਦੇ ਸੀ, ਜਿਨ੍ਹਾਂ ਨੂੰ ਸੰਤਾਂ ਦਾ ਪ੍ਰੇਮ ਸੀ, ਸਾਰੇ ਬੰਦੇ ਸੀ। ਜਦੋਂ ਸੰਤਾਂ ਨੇ ਕਿਹਾ ਕਿ ਹੁਣ ਲੜਨ ਦਾ ਮੌਕਾ ਆ ਰਿਹਾ ਤੇ ਕਿਸੇ ਵੇਲੇ ਵੀ ਜਿਹੜੀ ਆ ਸ਼ਹਾਦਤ ਮਿਲ ਸਕਦੀ ਆ, ਤੇ ਉੱਥੇ ਹਾਜ਼ਰ ਸਿੱਖਾਂ ਦੇ ਕੋਈ ਚਿਹਰਿਆਂ ਤੇ ਖੌਫ ਜਾਂ ਕਿਸ ਤਰ੍ਹਾਂ ਦੇ ਚਿਹਰੇ ਸਨ? ਨਹੀਂ ਨਹੀਂ, ਕੋਈ ਖੌਫ ਨਹੀਂ। ਇੱਕ ਨਵੇਂ ਪੈਸੇ ਦਾ ਵੀ ਕਿਸੇ ਬੰਦੇ ਦੇ ਵੀ, ਕਿਸੇ ਵੀ ਸਿੰਘ ਦੇ ਚਿਹਰੇ ਤੋਂ ਇਹ ਨਹੀਂ ਕਿ ਡਰ ਗਿਆ ਬੰਦਾ ਜਾਂ ਕੋਈ ਗੱਲਬਾਤ ਆ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਅਸੀਂ ਕੋਈ ਉਹੋ ਜਿਹੀ ਲੜਾਈ ਨਹੀਂ ਲੜ ਰਹੇ ਸਾਂ। ਅਸੀਂ ਧਰਮ ਯੁੱਧ ਮੋਰਚੇ ਦੇ ਵਿੱਚ ਆਏ ਸਾਂ, ਸਾਡੀਆਂ ਕੁਝ ਮੰਗਾਂ ਸੀ ਸਰਕਾਰ ਦੇ ਕੋਲੋਂ, ਜਿਹੜੀਆਂ ਅਸੀਂ ਮੰਗਣ ਡਏ ਸਾਂ ਉਹਨਾਂ ਕੋਲੋਂ। ਜਿੱਦਾਂ ਬਥੇਰੀਆਂ ਮੰਗਾਂ ਸਨ, ਸਾਡੀਆਂ ਧਾਰਮਿਕ ਮੰਗਾਂ ਸੀ, ਰਾਜਨੀਤਿਕ ਮੰਗਾਂ ਸਨ, ਆਰਥਿਕ ਮੰਗਾਂ ਸਨ, ਬੀਬੀਆਂ ਦੀਆਂ ਮੰਗਾਂ ਸਨ, ਵੱਧ ਅਧਿਕਾਰਾਂ ਦੀਆਂ ਸਟੇਟਾਂ ਨੂੰ ਮੰਗਾਂ ਸਨ, ਪਾਣੀ ਦੀਆਂ ਮੰਗਾਂ ਸਨ ਸਾਡੀਆਂ, ਜਿਨਸਾਂ ਦੇ ਭਾਅ ਕਿ ਸਟੇਟ ਤੈਅ ਕਰੇ ਕਿ ਸੈਂਟਰ ਨਾ ਤੈਅ ਕਰੇ। ਇਹ ਸਭ ਇਹ ਮੰਗਾਂ ਸੀ। ਕੋਈ ਵੀ ਇਹੋ ਜਿਹੀ ਮੰਗ ਨਹੀਂ ਸੀ ਕਿ ਜਿਹਦੇ ਤੋਂ ਪਤਾ ਲੱਗਦਾ ਹੁੰਦਾ ਕਿ ਅਸੀਂ ਪੰਜਾਬ ਨੂੰ ਹਿੰਦੁਸਤਾਨ ਦੇ ਨਾਲੋਂ ਵੱਖਰਾ ਕਰਨਾ ਚਾਹੁੰਦੇ ਹਾਂ। ਉਦੋਂ ਤੱਕ ਇਹ ਤੇ ਸੰਤਾਂ ਨੇ ਉਦੋਂ ਕਿਹਾ ਕਿ ਜਦੋਂ ਅਗਰ ਸਾਡੇ ਦਰਬਾਰ ਸਾਹਿਬ ਸਾਡੀਆਂ ਇੱਕ ਤਾਂ ਤੁਸੀਂ ਮੰਗਾਂ ਸਾਡੀਆਂ ਨਹੀਂ ਮੰਨਣ ਡੇ, ਫਿਰ ਤੁਸੀਂ ਸਾਨੂੰ ਮਤਲਬ ਕਿ ਦਬਾਅ ਪਾਓਗੇ ਜਾਂ ਮਾਰਨ ਦੀ ਕੋਸ਼ਿਸ਼ ਕਰੋਗੇ, ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕਰੋਗੇ, ਫਿਰ ਸਾਡੇ ਕੋਲ ਦੂਜਾ ਕੋਈ ਚਾਰਾ ਨਹੀਂ ਰਹਿ ਜਾਂਦਾ। ਤੇ ਫਿਰ ਉਹਨਾਂ ਕਿਹਾ ਕਿ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਜਾਂ ਕੋਈ ਵੀ ਫੋਰਸ ਆ ਕੇ ਹਮਲਾ ਕਰਦੀ ਹੈ ਤੇ ਫਿਰ ਅਸੀਂ ਖਾਲਿਸਤਾਨ ਦੀ ਸਮਝ ਲਓ ਕਿ ਨੀਂਹ ਰੱਖੀ ਜਾਊਗੀ। ਇਹ ਮਤਲਬ ਸੰਤਾਂ ਦੇ ਉੱਥੇ ਕਿਹਾ ਸੀ ਉਦੋਂ, ਹੋਰ ਤਾਂ ਕੋਈ ਗੱਲਬਾਤ ਨਹੀਂ ਹੋਈ। 3 ਤਰੀਕ ਤੋਂ ਫਿਰ ਸਾਰਿਆਂ ਸਿੰਘਾਂ ਨੇ ਆਪੋ ਆਪਣੇ ਜਿਹੜੇ ਮੋਰਚੇ ਉਹ ਮੰਨ ਲਏ। ਹਾਂ ਹਾਂ, ਆਪੋ ਆਪਣੇ ਮੋਰਚੇ ਕਿਸੇ ਦੇ ਬਣਨ ਵਾਲੇ ਸੀ, ਕਿ ਬਣਾਏ। ਜਿਸ ਤਰ੍ਹਾਂ ਵੀ ਉਹਨਾਂ ਨੇ ਆਪਣਾ ਇਹ ਕਰਨਾ ਸੀ, ਉਹਨਾਂ ਨੇ ਮਤਲਬ ਕਿ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਤੇ ਕੋਈ ਇਹੋ ਜਿਹਾ ਖੌਫ ਨਹੀਂ, ਕੋਈ ਗੱਲਬਾਤ ਨਹੀਂ। ਗੁਰੂ ਘਰ 'ਚ ਉੱਥੇ ਕੀਰਤਨ ਹੋ ਰਿਹਾ ਸੀ, ਉੱਥੇ ਮਹਾਰਾਜ ਨੂੰ ਜਿਸ ਤਰ੍ਹਾਂ ਲੱਗਦਾ ਹਾਜ਼ਰ ਨਾਜ਼ਰ ਸੀ ਮਹਾਰਾਜ ਸੱਚੇ ਪਾਤਸ਼ਾਹ। ਤੇ ਅਸੀਂ ਕੋਈ ਉਹੋ ਜਿਹੇ ਕੰਮ ਵਾਸਤੇ ਥੋੜ੍ਹੀ ਬੈਠੇ ਹਾਂ ਉੱਥੇ, ਕੋਈ ਗੱਲਬਾਤ ਸੀ। ਹਾਂ ਠੀਕ ਆ, ਉਡੀਕ ਹੈਗੀ ਫਿਰ ਸਾਨੂੰ ਕਿ ਜਦੋਂ ਅਸੀਂ ਕਿਤੇ ਲੜ ਨਹੀਂ ਜਾ ਰਹੇ ਹਾਂ, ਮਿਲਟਰੀ ਆ ਕੇ ਸਾਡੇ ਸਿਰ 'ਤੇ ਚੜ੍ਹ ਜੂਗੀ, ਜਦੋਂ ਸਾਨੂੰ ਮਾਰਨ ਦੀ ਕੋਸ਼ਿਸ਼ ਕਰੂਗੀ, ਸਾਰੇ ਧਾਰਮਿਕ ਸਥਾਨ ਨੂੰ ਮਤਲਬ ਕਿ ਛਤੀ ਪਹੁੰਚਾਉਣ ਦੀ ਕੋਸ਼ਿਸ਼ ਕਰੂਗੀ, ਫਿਰ ਤਾਂ ਅੱਗੋਂ ਅਸੀਂ ਜਵਾਬ ਦੇਣਾ ਹੀ ਦੇਣਾ ਸੀ ਨਾ। ਫਿਰ ਅਸੀਂ ਉੱਥੇ ਚੂੜੀਆਂ ਪਾ ਕੇ ਥੋੜ੍ਹੀ ਬੈਠੇ ਹਾਂ, ਕਾਹਦੇ ਵਾਸਤੇ ਬੈਠੇ ਹਾਂ? ਫਿਰ ਅਸੀਂ ਜਵਾਬ ਜੋ ਸਾਡੇ ਕੋਲ ਬਣਿਆ ਅਸੀਂ ਜਵਾਬ ਦਿੱਤਾ ਉਹਨਾਂ ਨੂੰ। ਫਿਰ ਉਹ ਕਹਿੰਦੇ ਆ ਕਿ ਅਸੀਂ ਸੰਤ ਜਰਨੈਲ ਸਿੰਘ ਨੂੰ ਫੜਨਾ ਚਾਹੁੰਦੇ ਹਾਂ, ਮਤਲਬ ਕਿ। ਤੇ ਜੇ ਸੰਤਾਂ ਨੂੰ ਫੜਨਾ ਚਾਹੁੰਦੇ ਹੈ ਤੇ ਜਿਹੜੇ ਪਹਿਲੇ ਉਹਨਾਂ ਨੇ ਹਿੱਟ ਕੀਤੇ ਆ 4 ਤਰੀਕ ਨੂੰ 4:40 ਤੇ ਗੋਲੇ ਜਿਹੜੇ ਤੋਪਾਂ ਦੇ ਪਹਿਲੇ ਹੀ ਦੋ ਗੋਲੇ ਦਾਗੇ। ਪਹਿਲਾਂ ਹੀ ਅਕਾਲ ਤਖਤ ਦੇ ਗੁੰਬਜ ਦੇ ਉੱਤੇ ਮਾਰਿਆ ਉਹਨਾਂ ਨੇ। ਫਿਰ ਉਹ ਬਿਲਡਿੰਗ ਨਹੀਂ ਢਾਉਣਾ ਚਾਹੁੰਦੇ ਹੈ ਅਕਾਲ ਤਖਤ ਨੂੰ, ਤੇ ਪਹਿਲੇ ਗੋਲਾ ਹੀ ਹਿੱਟ ਕਿਉਂ ਕੀਤਾ ਉਹਨਾਂ ਨੇ? ਉਹ ਤੇ ਦੂਜਾ ਫਿਰ ਜਿਹੜਾ ਆਪਣਾ ਬੁਰਜ ਸੀ, ਜਿਹੜਾ ਉਰਲੇ ਪਾਸੇ ਲੰਗਰ ਤੋਂ ਉਰਾਂ ਆ ਕੇ ਬ੍ਰਹਮ ਬੂਟੇ ਦੇ ਨਾਲ, ਦੂਜਾ ਗੋਲਾ ਉੱਤੇ ਉਹਨਾਂ ਨੇ ਮਾਰਿਆ। ਮੁੜ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ, ਆਪਣੇ ਉਹ ਵੱਡੀਆਂ MMGਆਂ ਦੀਆਂ LMGਆਂ ਦੀਆਂ ਸਾਰੀਆਂ ਫਾਇਰਿੰਗਾਂ ਸ਼ੁਰੂ ਕਰ ਦਿੱਤੀ। ਉਹ ਤੇ ਉਦੋਂ ਫਿਰ ਜੇ ਉਹ ਕਹਿੰਦੇ ਸੰਤਾਂ ਨੂੰ ਫੜਨ ਆਇਆ ਸੀ, ਫਿਰ ਤਾਂ ਉਹਨਾਂ ਨੂੰ ਆ ਕੇ ਵਾਰਨਿੰਗ ਦੇਣੀ ਚਾਹੀਦੀ ਸੀ, ਜਾਂ ਹਵਾ 'ਚ ਫਾਇਰਿੰਗ ਕਰਦੇ, 4 ਚੁਫੇਰਾ ਦਰਬਾਰ ਸਾਹਿਬ ਦਾ ਘੇਰ ਕੇ ਅਨਾਊਂਸਮੈਂਟ ਕਰਦੇ ਕਿ ਤੁਸੀਂ ਮਤਲਬ ਕਿ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦਿਓ, ਅਗਰ ਨਹੀਂ ਕਰੋਗੇ ਤਾਂ ਸਾਨੂੰ ਕਾਰਵਾਈ ਕਰਨੀ ਪਊਗੀ। ਉਹਨਾਂ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ। ਉਹਨਾਂ ਸਵੇਰੇ 3 ਦੀ ਰਾਤ ਲੰਘਣ ਤੋਂ ਬਾਅਦ ਸਵੇਰੇ 4:40 ਤੇ ਉਹਨਾਂ ਨੇ ਸਵਾਗਤ ਸਾਡਾ ਮਤਲਬ ਕਿ ਬੰਬਾਂ ਨਾਲ ਹੀ ਕੀਤਾ। ਉਹਨਾਂ ਨੇ ਉਧਰ ਮਰਿਆਦਾ ਦੇ ਹਿਸਾਬ ਨਾਲ ਅੰਦਰ ਦਰਬਾਰ ਸਾਹਿਬ ਕੀਰਤਨ ਚੱਲ ਰਿਹਾ ਸੀ, ਤੇ ਲੋਕ ਸ਼ਰਧਾਲੂ ਵੀ ਉੱਥੇ ਆਏ ਹੋਏ ਸਨ। ਜਿਸ ਤਰ੍ਹਾਂ 1 ਨੂੰ ਗੋਲੀ ਚੱਲੀ ਸੀ, 2 ਨੂੰ ਕਰਫਿਊ ਲੱਗਾ ਸੀ, 3 ਨੂੰ ਆਮ ਸੰਗਤਾਂ ਵਿੱਚ ਬੱਚੇ ਹੀ, ਬੀਬੀਆਂ ਸਨ, ਤੇ ਸਿੰਘ ਸਨ, ਬਜ਼ੁਰਗ ਸਨ, ਸਾਰੇ ਸਨ। ਉਹਦੇ ਸਵੇਰੇ ਜਿਸ ਤਰ੍ਹਾਂ ਹੁਣ ਵੀ ਵੇਖਿਆ ਹੋਊਗਾ, ਜਦੋਂ ਮਹਾਰਾਜ ਦੀ ਸਵਾਰੀ ਨਿਕਲਦੀ ਆ ਅਕਾਲ ਤਖਤ ਨੂੰ ਦਰਬਾਰ ਸਾਹਿਬ ਜਾਂਦੀ ਆ, ਜੋ ਉੱਥੋਂ ਦੀ ਮਰਿਆਦਾ ਸੀ ਉਸ ਤਰ੍ਹਾਂ ਹੀ ਸਾਰਾ ਕੁਝ ਚੱਲ ਰਿਹਾ ਸੀ ਉਦੋਂ। ਤੇ ਉਦੋਂ ਫਿਰ ਜਿਹਨੇ ਲੋਕ ਜਦੋਂ ਗੋਲੇ ਆਵਾਜ਼ ਹੋਈ ਤੇ ਉਹਦੇ ਦੇ ਨਾਲ ਮਤਲਬ ਕਿ ਬਿਲਡਿੰਗ ਦੀਆਂ ਇੱਟਾਂ ਉੱਡੀਆਂ, ਉਹਦੇ ਘੱਟੇ ਵਾਂਗੂ 4 ਚੁਫੇਰੇ ਜਿਸ ਤਰ੍ਹਾਂ ਹੋ ਜਾਂਦਾ, ਧੂੰਆਂ ਉੱਡਿਆ, ਇੱਕ ਮਾਹੌਲ ਜਿਹਾ ਹੋਰ ਤਰ੍ਹਾਂ ਦਾ ਬਣ ਗਿਆ। ਤੇ ਲੋਕਾਂ ਨੇ, ਆਮ ਜਿਹੜੇ ਲੋਕ ਨਹੀਂ ਵਿਚਾਰ ਸਿਰਫ ਮੱਥਾ ਟੇਕਣ ਆਏ ਸੀ, ਜਿਹੜੇ ਬੀਬੀਆਂ ਸਨ, ਬੱਚੇ ਸਨ, ਉਹਨਾਂ ਤੇ ਭੱਜਣਾ ਹੀ ਵਿਚਾਰਿਆਂ ਇੱਧਰ ਉੱਧਰ ਆਪਣੀ ਬਚਾਅ ਵਾਸਤੇ, ਜਿੱਥੇ ਉਹਨਾਂ ਨੂੰ ਪਨਾਹ ਮਿਲਦੀ। ਉਹਨਾਂ ਨੇ ਥੋੜ੍ਹੀ ਬਖਸ਼ਿਆ ਕਿਸੇ ਬੰਦੇ ਨੂੰ। ਪਰਿਕਰਮਾ 'ਚ ਕੋਈ ਬੀਬੀ ਵੇਖੀ ਨਾ, ਬੱਚਾ ਵੇਖਿਆ ਨਾ, ਬਜ਼ੁਰਗ ਵੇਖਿਆ। ਉਹਨਾਂ ਤੇ ਬਸ ਇੱਕ ਪਾਸੋਂ ਕੀ ਬਸ ਫਾਇਰਿੰਗ ਕਰੀ ਜਾਂਦੇ ਕਿ ਬੰਦੇ ਮਾਰਨੇ ਵੱਧ ਤੋਂ ਵੱਧ ਜਿੰਨੇ ਵੀ ਆ। ਉਹ ਫਿਰ ਡਿੱਗੀ ਜਾਣ ਦੇ, ਬੱਚੇ ਫੱਟਰ ਹੋਣ ਡਏ ਸੀ, ਮਰਨ ਡਏ ਸੀ, ਇਸ ਤਰ੍ਹਾਂ ਹੀ ਮਤਲਬ ਸ਼ਹੀਦੀਆਂ ਪਾ ਰਹੇ ਸੀ ਆਪਣੇ। ਇਹ 4 ਜੂਨ ਨੂੰ ਜਦੋਂ ਸਵੇਰੇ 4:40 ਤੇ ਗੋਲਾ ਪਹਿਲਾ ਵੱਜਦਾ,
ਤਖਤ ਸਾਹਿਬ ਦੀ ਗੁੰਮਤ ਦੇ ਉੱਤੇ। ਉਸ ਤੋਂ ਬਾਅਦ ਫਿਰ ਸਾਰਾ ਦਿਨ ਕੀ ਫਾਇਰਿੰਗ ਚੱਲਦੀ ਰਹੀ? ਹਾਂ, ਸਾਰਾ ਦਿਨ। ਫਿਰ ਤੇ ਮੁੜ ਕੇ ਐ ਹੋ ਗਿਆ ਨਾ, ਫਿਰ ਤੇ ਜੰਗ ਸ਼ੁਰੂ ਹੋ ਗਈ ਨਾ। ਉਹਨਾਂ ਵੱਲੋਂ ਫਾਇਰਿੰਗ ਜ਼ਿਆਦਾ ਹੋ ਰਹੀ, ਸਾਡੇ ਵੱਲੋਂ ਤੇ ਖਾਲੀ ਜਿਹੜੇ ਸਾਡੇ ਸਿੰਘ ਸੀ ਉਹ ਖਾਲੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਇਹ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਅਸੀਂ ਹੈਗੇ ਆ, ਅਸੀਂ ਛੱਡ ਕੇ ਨਹੀਂ ਭੱਜਾਂਗੇ, ਮਤਲਬ ਮਰ ਜਾਵਾਂਗੇ ਇੱਥੇ ਆਪਣੇ ਧਰਮ ਸਥਾਨ ਦੀ ਰਾਖੀ ਵਾਸਤੇ, ਪਰ ਅਸੀਂ ਮਤਲਬ ਕਿ ਭੱਜਾਂਗੇ ਨਹੀਂ ਇੱਥੋਂ, ਤੇ ਨਾ ਤੁਹਾਡੇ ਕਹਿਣ ਤੇ ਅਸੀਂ ਬਾਹਰ ਆ ਕੇ ਸਰੈਂਡਰ ਰਖਵਾਵਾਂਗੇ। ਉਹਨਾਂ ਨੇ ਸਾਨੂੰ ਵਾਰਨਿੰਗ ਥੋੜ੍ਹੀ ਦਿੱਤੀ ਆ ਕੇ ਨਿਕਲਣ ਵਾਸਤੇ, ਕੋਈ ਗੱਲਬਾਤ ਕੀਤੀ ਹੋਏ ਉਹਨਾਂ ਤੇ ਸਿਰਫ ਫਾਇਰਿੰਗ ਸਟਾਰਟ ਕੀਤੀ ਤੇ ਅੱਗੋਂ ਫਿਰ ਜਵਾਬੀ ਫਾਇਰਿੰਗ ਸ਼ੁਰੂ ਹੋ ਗਈ। ਜੇ ਹੁਣ ਤੁਹਾਡੀ ਗੱਲ 'ਚੋਂ ਹੀ ਗੱਲ ਤੁਰਦੀ ਆ ਕਿ ਜੇ ਉਹ ਕਹਿ ਵੀ ਦਿੰਦੇ ਕਿ ਸਰੈਂਡਰ ਕਰੋ, ਤੇ ਨਾ ਤਾਂ ਸੰਤਾਂ ਨੇ ਕਰਨਾ ਸੀ, ਨਾ ਸੰਤਾਂ ਦੇ ਸਾਥੀ ਸਿੰਘਾਂ ਨੇ। ਨਹੀਂ, ਬਿਲਕੁਲ ਨਹੀਂ ਕਰਨਾ ਸੀ। ਉਹ ਤੇ ਗੱਲਬਾਤ ਤੇ ਅਕਾਲੀ ਜਿਹੜੇ ਸੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਨਾ। ਅਸੀਂ ਤਾਂ ਕਦੀ ਅਸੀਂ ਤਾਂ ਸੰਤਾਂ ਦੇ ਨਾਲ ਹਾਂ, ਅਸੀਂ ਸੰਤਾਂ ਦਾ ਹੁਕਮ ਬਜਾਉਣ ਵਾਸਤੇ ਨਾਲ ਸਾਂ, ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਸਾਂ। ਅਸੀਂ ਗੱਲਬਾਤ ਵਾਸਤੇ ਜਿਹੜਾ ਮੋਰਚਾ ਲੱਗਾ ਸੀ, ਗੱਲਬਾਤ ਤੇ ਡਿਕਟੇਟਰ ਨੇ ਕਰਨੀ ਸੀ, ਹਰਚਰਨ ਸਿੰਘ ਲੌਂਗੋਵਾਲ ਨੇ ਕਰਨੀ ਸੀ, ਟੌਰੇ ਨੇ ਕਰਨੀ ਸੀ, ਬਾਦਲ ਨੇ ਕਰਨੀ ਸੀ। ਇਹ ਤਾਂ ਲੱਗਦਾ ਸਾਨੂੰ ਕਿ ਜਿਵੇਂ 26 ਤਰੀਕ ਨੂੰ ਉੱਥੇ ਜਿਸ ਤਰ੍ਹਾਂ ਹੁਣ ਬਾਅਦ 'ਚ ਗੱਲਾਂ ਬਾਹਰ ਆਉਂਦੀਆਂ ਨੇ, ਇਹ ਤਾਂ ਹਰੀ ਝੰਡੀ ਦੇ ਆਏ ਸੀ ਉਹਨਾਂ ਨੂੰ ਪਹਿਲੋਂ ਹੀ। ਉੱਥੇ ਟੌਰਾ ਹੈਗਾ ਸੀ, ਹਰਚਰਨ ਸਿੰਘ ਲੌਂਗੋਵਾਲ ਹੈਗਾ ਸੀ, ਰਾਮੂ ਵਾਲੀਆ, ਬਾਦਲ ਨਹੀਂ ਸੀ ਉੱਥੇ। ਗੱਲਬਾਤ ਤੇ ਬਾਦਲ ਕਰਨ ਗਿਆ ਸੀ। ਜਦੋਂ 1 ਤਰੀਕ ਨੂੰ ਗੋਲੀ ਚੱਲੀ ਤਾਂ ਬਾਦਲ ਨੂੰ ਆਉਣਾ ਚਾਹੀਦਾ ਸੀ ਉੱਥੇ, ਕਿਉਂ ਨਹੀਂ ਆਇਆ? ਉਹ ਤਾਂ ਨਹੀਂ ਨਾ ਆਇਆ, ਉਹ ਤਾਂ ਬਾਹਰ ਹੀ ਰਿਹਾ। ਉਹਨੂੰ ਸਾਰਾ ਕੁਝ ਪਤਾ ਹੋਊਗਾ, ਫਿਰ ਹੀ ਨਹੀਂ ਨਾ ਆਇਆ ਉਹ। ਨਹੀਂ ਤਾਂ ਕਿੰਨਾ ਪੰਜਾਬ ਦੇ ਕਿਸੇ ਵੀ ਹਲਕੇ 'ਚ ਬਾਦਲ ਹੁੰਦਾ ਤਾਂ ਉਹਨੇ ਕਿੰਨਾ 2 ਘੰਟੇ 2.5 ਘੰਟੇ ਲੱਗਣੇ ਹੀ ਆਉਣ ਲੱਗਿਆ। ਅਸੀਂ ਵੀ ਤਾਂ ਆਏ ਹੀ ਆ ਨਾ ਲੁਧਿਆਣਿਓਂ, ਅਸੀਂ ਵੀ ਤਾਂ 1 ਤਰੀਕ ਨੂੰ ਬਾਹਰ ਹੀ ਹਾਂ। ਅਸੀਂ ਉਸੇ ਵੇਲੇ ਆਏ, ਹੋਰ ਬਥੇਰੇ ਸਿੰਘ ਦਿੱਲੀੋਂ ਆ ਗਏ, ਰਾਜਸਥਾਨੋਂ ਆ ਗਏ। ਸਾਡੇ ਨਾਲ ਦਿੱਲੀੋਂ ਬੰਦੇ, ਮਨਜੀਤ ਸਿੰਘ ਹੋਣੀ, ਕਮਲਜੀਤ ਹੋਣੀ, ਉਹ ਦਿੱਲੀੋਂ ਆਏ ਬਾਈ ਟ੍ਰੇਨ। ਫਿਰ ਤਜਿੰਦਰਪਾਲ ਸਿੰਘ ਟਿੰਮਾ, ਇੱਕ ਕੇਵਲ ਮਾਸਟਰ ਹੀ, ਉਹ ਵੀ ਉਹ 3 ਨੂੰ ਪਹੁੰਚਦੇ ਆ ਅੰਦਰ ਉੱਥੇ। ਉਹ ਰਾਜਸਥਾਨੋਂ ਆ ਗਏ, ਤਾਂ ਉਹ ਅੰਦਰ ਕਿਉਂ ਨਹੀਂ ਆਏ? ਬਾਦਲ ਤੋਂ ਕੀ ਆਸ ਰੱਖਦੇ ਸੀ, ਕੀ ਕਰ ਦਿੰਦਾ 84 'ਚ? ਨਹੀਂ, ਉਹ ਤੋਂ ਆਸ ਸਾਨੂੰ ਉਹਨੂੰ ਕਿਹੜੀ ਕਿ ਉਹਨਾਂ ਨੇ ਮਰਜੀਵੜੇ ਤੇ ਉਹਨਾਂ ਨੇ ਯੂਥ ਅਕਾਲੀ ਦਲ ਬਣਾ ਕੇ ਸਹੁੰ ਤਾਂ ਉਹਨਾਂ ਨੇ ਖਵਾਈ 1 ਲੱਖ ਬੰਦੇ ਦੇ ਲਾਗੇ ਚਾਗੇ, ਕਿ ਅਗਰ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲਾ ਕਰੂਗੀ ਤੇ ਸਾਡੀਆਂ ਛਾਤੀਆਂ ਦੇ ਉੱਤੋਂ ਲੰਘ ਕੇ ਜਾਊਗੀ। ਇਹਨਾਂ ਨੂੰ ਪਹਿਲੋਂ ਸਾਲ 1.5 ਸਾਲ ਪਹਿਲੋਂ ਕਿਤਨਾ ਪਤਾ ਲੱਗ ਗਿਆ ਕਿ ਮਿਲਟਰੀ ਅੰਦਰ ਆਉਣੀ ਆ? ਇਹਨਾਂ ਕਾਹਦੀ ਸਹੁੰ ਖਵਾਉਣ ਡੇ ਸੀ ਉਹ? ਅਸੀਂ ਤਾਂ ਸਹੁੰ ਖਵਾਈ ਨਹੀਂ ਨਾ ਉੱਥੇ ਕਿਸੇ ਮਰਜੀਵੜੇ ਸੰਤਾਂ ਨੇ, ਤਾਂ ਕਿਹਨੂੰ ਬਣਾਇਆ ਨਹੀਂ। ਸੰਤਾਂ ਨੇ ਕਿਹਾ ਕਿ ਠੀਕ ਆ, ਜੇ ਐਰਕੀ ਟਾਂਡੇ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ, ਮੋਰਚਾ ਮਤਲਬ ਕਿ ਜੂਸ ਪੀ ਕੇ ਨਹੀਂ ਤੋੜਨ ਦੇਣਾ। ਮੰਗਾਂ ਜਾਂ ਤਾਂ ਮੰਨੀਆਂ ਜਾਣਗੀਆਂ ਜਾਂ ਮੋਰਚਾ ਚੱਲਦਾ ਰਹੂਗਾ। ਇਹ ਨਹੀਂ ਕਿ ਮੋਰਚਾ ਲਾਇਆ ਤਾਂ ਉਹਦੇ ਬਾਅਦ ਕੁਛ ਚਿਰਾਂ ਬਾਅਦ 2-4 ਮੰਗਾਂ ਲੈ ਕੇ ਤੇ ਉਹ ਜਿਹੜੇ ਹੈਗੀ ਸੀ ਅਕਾਲੀ ਦਲ ਜਿਹੜਾ ਸੀ, ਇਹ ਤੇ ਰਾਜਨੀਤਿਕ ਲੜਾਈ ਆਪਣੀ ਸੱਤਾ ਨੂੰ ਹਥਿਆਉਣ ਵਾਸਤੇ ਲੜ ਰਿਹਾ ਸੀ। ਤੇ ਸੰਤ ਜਿਹੜੇ ਸੀ ਉਹ ਆਪਣੀ ਆਨ ਬਾਨ ਸ਼ਾਨ ਸਿੱਖੀ ਨੂੰ ਮਤਲਬ ਕਿ ਪ੍ਰਫੁੱਲਤ ਕਰਨ ਵਾਸਤੇ ਲੜ ਰਹੇ ਸੀ। ਉਹ ਸੰਤ ਵੀ ਇਹ ਅਗਰ ਰਾਜਨੀਤੀ ਵਾਸਤੇ ਲੜ, ਸੰਤ ਤੇ ਉਹਨਾਂ ਦਾ ਕੰਮ ਧਰਮ ਪ੍ਰਚਾਰ ਕਰਨਾ ਸੀ। ਇੱਕ ਜਥੇਬੰਦੀ ਸੀ ਮਤਲਬ ਕਿ ਦਮਦਮੀ ਟਕਸਾਲ ਜਿਹੜੀ ਆ ਬਾਬੇ ਦੀਪ ਸਿੰਘ ਵੱਲੋਂ ਚਲਾਈ ਹੋਈ, ਜਦੋਂ ਨਿਰੰਕਾਰੀ ਆਏ ਉਦੋਂ ਤਾਂ ਕੰਮ ਜਿਹੜੀ ਸੀ ਉਹਨਾਂ ਨੇ ਕੌਮ 'ਤੇ ਹਮਲਾ ਕੀਤਾ ਸੀ, ਨਾ ਕਿ ਜਥੇਬੰਦੀ ਕਿਸੇ 'ਤੇ ਹਮਲਾ ਕੀਤਾ ਸੀ ਉਹਨਾਂ ਨੇ। ਉਹ ਤਾਂ ਸੰਤਾਂ ਨੇ ਸਿੱਖੀ ਦੀ ਹੋਂਦ ਨੂੰ ਬਚਾਉਣ ਵਾਸਤੇ ਕਿ ਨਿਰੰਕਾਰੀ ਇੱਥੇ ਆ ਕੇ ਸਮਾਗਮ ਕਰਨ ਲੱਗੇ 78 ਦੇ ਵਿੱਚ, ਅਤੇ ਜਵਾਬ ਸੰਤਾਂ ਦੇਣਾ ਸੀ। ਫਿਰ ਉਹਨਾਂ ਨੇ ਹੋਰ ਜਥੇਬੰਦੀ ਆਈ ਨੇ, ਇੱਕ ਦੂਜੇ ਹੀ ਜਿਹੜੇ ਸਿੰਘ ਜਿਨ੍ਹਾਂ ਦੇ ਸ਼ਹੀਦ ਹੋਏ ਆ, ਉਹ ਭਾਈ ਰਣਧੀਰ ਸਿੰਘ ਜਥੇ ਦੇ ਜਿਹੜੇ ਸੀ ਉਹ ਸੀ ਆ ਸੰਤ ਹੀ। ਜਦੋਂ 78 ਵਾਲੀ ਗੱਲਬਾਤ ਵੀ ਹੋਈ ਆ, ਉਦੋਂ ਵੀ ਅਗਰ ਸਰਕਾਰ ਕਿਹਦੀ ਸੀ? ਉਦੋਂ ਆਪਣੇ ਬੰਦਿਆਂ ਦੀ ਸਰਕਾਰ ਸੀ ਨਾ। ਫਿਰ ਜਦੋਂ ਉਹਨਾਂ ਨੂੰ ਗੋਲੀ 13 ਬੰਦੇ ਆਪਣੇ ਸ਼ਹੀਦ ਹੋ ਜਾਂਦੇ ਆ ਉੱਥੇ, 1-2 ਬੰਦੇ ਹੋਰ ਵੀ ਮੇਰੇ ਖਿਆਲ ਜਿਹੜੇ ਰਕਸ਼ੇ ਵਾਲੇ ਕੋਈ ਉੱਥੇ ਸ਼ਹੀਦ ਹੋਏਗੇ, 15-16 ਬੰਦੇ ਸ਼ਹੀਦ ਹੋਏ ਉੱਥੇ। ਅਤੇ ਆਪਣੀ ਸਰਕਾਰ ਹੋਵੇ, ਫਾਇਰਿੰਗ ਕੋਈ ਦੂਜੇ ਜਾਂ ਤਾਂ ਪੁਲਿਸ ਦੀ ਗੋਲੀ ਨਾ ਮਰੇ ਉਹ ਸਿੰਘ, ਜਾਂ ਨਿਰੰਕਾਰੀਆਂ ਦੀ ਗੋਲੀ ਨਾ ਮਰੇ। ਫਿਰ 13 ਸਿੰਘ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਨਿਆਂ ਨਹੀਂ ਮਿਲਿਆ। ਨਿਰੰਕਾਰੀ ਨੂੰ ਇਹਨਾਂ ਨੇ ਆਪਣੀਆਂ ਗੱਡੀਆਂ 'ਤੇ ਇੱਥੋਂ ਸਿਕਿਉਰਟੀ ਦੇ ਕੇ ਅਤੇ ਪੰਜਾਬ 'ਚੋਂ ਪਹਿਲੋਂ ਕੱਢਿਆ। ਫਿਰ ਕੇਸ ਇੱਥੇ ਨਹੀਂ ਚੱਲਿਆ, ਇਹ ਕੇਸ ਉੱਥੇ ਚੱਲਦਾ ਵਾ, ਆਪਣੇ ਕੀ ਨਾਮ ਆ, ਕਰਨਾਲ ਚੱਲਦਾ ਵਾ। ਕਰਨਾਲ ਦੇ ਵਿੱਚ ਇਹ ਉਹਦੇ ਗਵਾਹ ਵੱਲੋਂ ਪੇਸ਼ ਹੁੰਦੇ, ਉਹ ਵੀ ਅਕਾਲੀ ਲੀਡਰ ਪੇਸ਼ ਹੁੰਦੇ ਆ, ਜੀਵਨ ਸਿੰਘ ਉਮਰਾ ਨੰਗਲ ਪੇਸ਼ ਹੁੰਦਾ ਵਾ, ਅਤੇ ਇੱਕ ਉਹ ਜਿਹੜਾ ਹੈਗਾ ਵਾ ਆਪਣੇ ਲਾਲਾ ਜਗਤ ਨਾਰਾਇਣ, ਉਹ ਪੇਸ਼ ਹੁੰਦਾ ਵਾ ਜਾ ਕੇ ਉੱਥੇ। ਸਾਡਾ ਕੀ ਕਸੂਰ ਹੀ ਸਿੱਖਾਂ ਦਾ? ਉਦੋਂ ਇਹ ਮਾਹੌਲ ਨੂੰ ਖਰਾਬ ਕਿਹਨੇ ਕੀਤਾ? ਉਦੋਂ ਵੀ ਸਰਕਾਰ ਇਹਨਾਂ ਦੀ ਹੀ। ਅੱਜ ਬਰਗਾੜੀ ਜਾਂ ਜਵਾਹਰ ਸਿੰਘ ਵਾਲਾ ਜਾਂ ਜਿੱਥੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਦੋਂ ਸਰਕਾਰ ਕਿਹਦੀ ਸੀ? ਇਹ ਜ਼ਿੰਮੇਵਾਰੀ ਕਿਹਦੀ ਬਣਦੀ ਸੀ ਬੰਦਿਆਂ ਨੂੰ ਫੜਨ ਦੀ? ਅਗਰ ਪੰਥਕ ਕਹਿਣ ਵਾਲੇ ਲੋਕੀ ਸਰਕਾਰ ਦੇ ਵਿੱਚ ਸਨ ਤੇ ਜਵਾਹਰ ਸਿੰਘ ਵਾਲਾ ਜਿਹਦੇ ਕਰਕੇ ਅਸੀਂ ਮਤਲਬ ਕਿ ਸਾਡੀ ਹੋਂਦ ਆ ਗੁਰੂ ਸਾਹਿਬ ਦੇ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਕਰਦੇ, ਉਹਨਾਂ ਦੇ
ਗੁਰੂ ਸਾਹਿਬ ਦੇ ਸਰੂਪ ਨੂੰ ਚੋਰੀ ਕਰਕੇ ਔਰ ਉੱਥੇ ਇਸ਼ਤਿਹਾਰ ਲਾਏ ਜਾਣ ਕਿ ਅਸੀਂ ਤੁਹਾਡਾ ਗੁਰੂ ਚੁੱਕ ਲਿਆ, ਤੁਹਾਡੇ 'ਚ ਹਿੰਮਤ ਆ ਤੇ ਫੜ ਲਓ। ਮਰ ਜਾਣਾ ਚੰਗਾ ਨਹੀਂ ਬਾਦਲ ਵਾਸਤੇ। ਇਹ ਤੇ ਜਿੰਨੀ ਫੋਰਸ ਸੀ ਕਿਉਂ ਨਹੀਂ ਲਾ ਕੇ ਪੱਤਾ ਪੱਤਾ ਛਾਣ ਦਿੰਦੇ ਆ ਪੂਰੇ ਉੱਥੋਂ ਦੇ ਇੱਕ ਇੱਕ ਬੰਦੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਲੱਭ ਲੈਣਾ ਚਾਹੀਦਾ ਸੀ ਸਰੂਪ। ਇਹ ਆਰਾਮ ਨਾਲ ਸੁੱਤੇ ਰਹੇ। ਕਿੰਨੇ ਚਿਰਾਂ ਬਾਅਦ ਜਾ ਕੇ ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਮਤਲਬ ਕਿ ਅੰਗ ਜਿਹੜੇ ਸੀ ਉਹਨਾਂ ਨੂੰ ਪਾੜ ਕੇ ਤੇ ਰੂੜੀਆਂ ਤੇ ਸੁੱਟਦੇ ਆ। ਉਹ ਕਸੂਰਵਾਰ ਕੋਲ ਜਿਹਦੀ ਸਰਕਾਰ ਹੀ ਉਹ ਬੰਦੇ ਹੈਗੇ ਸੀ ਉਹਦੇ ਦੋਸ਼ੀ, ਜਾਂ ਤੇ ਅਸਤੀਫਾ ਦੇ ਦਿੰਦੇ, ਛੱਡ ਜਾਂਦੇ ਸਰਕਾਰ। ਫਿਰ ਇਹਨੇ ਜੋਗੇ ਹੀ ਇਹਨਾਂ ਨੂੰ ਤੇ ਅੰਡਾਨੀਆਂ ਬਾਨੀ ਬਣਦਾ ਲੱਗਿਆ ਕਿ ਆਪਣੇ ਪਰਿਵਾਰ ਵਾਸਤੇ ਕਰਨਾ ਵਾ। ਪੰਥ ਜਿੱਥੇ ਵੀ ਕੋਈ ਮਰਦਾ ਵਾ ਮਰੇ, ਆਪਾਂ ਕੀ ਲੈਣਾ, ਸਾਨੂੰ ਤਾਂ ਰਾਜਨੀਤੀ ਨਾਲ ਮਤਲਬ ਆ ਖਾਲੀ। ਕੀ ਕਰਨਗੇ ਇੰਨੇ ਪੈਸੇ ਲੈ ਕੇ, ਉਹ ਕਿੱਥੇ ਲੈ ਜਾਣਗੇ ਪੈਸੇ? ਉਹ ਅੱਜ ਹੀ ਕਿਸੇ ਨੂੰ ਕਰੋਨਾ ਹੋ ਗਿਆ, ਕਿਸੇ ਨੂੰ ਤਾਂ ਮਰ ਜਾਣਾ, ਉਹ ਤਾਂ ਮਰ ਨਹੀਂ ਡਏ ਲੋਕੀ ਨਾ, ਚੰਗੇ ਚੰਗੇ ਜਵਾਨ ਲੋਕੀ ਮਰੀ ਜਾਣ ਡਏ ਆ। ਆਪਾਂ ਗੱਲ ਨੂੰ ਵਿਸ਼ੇਸ਼ ਫੇਰ ਲਿਆਈਏ, ਬਿਲਕੁਲ ਰਾਜਸੀ ਟਿੱਪਣੀਆਂ ਵੀ ਜ਼ਰੂਰੀ ਹੁੰਦੀਆਂ ਨੇ। 5 ਜੂਨ ਨੂੰ, ਫਿਰ ਉਸ ਤੋਂ 4 ਨੂੰ ਗੋਲੀ ਚੱਲਦੀ ਰਹੀ। 5 ਦੀ ਰਾਤ, 4 ਤੇ 5 ਦੇ ਵਿਚਕਾਰਲੀ ਰਾਤ ਦੀ ਗੱਲ ਕਰੀਏ। 4 ਨੂੰ ਗੋਲੀ ਚੱਲਦੀ ਰਹੀ ਦਿਨ ਭਰ, ਰਾਤ ਵੀ ਚੱਲਦੀ ਰਹੀ। ਦੋਵਾਂ ਪਾਸਿਆਂ ਤੋਂ ਅੰਦਰੋਂ ਤੇ ਗੋਲੀ ਮਤਲਬ ਕਿ ਮੁਕਾਬਲਾ ਨਹੀਂ ਹੋ ਰਿਹਾ ਸੀ। ਅੰਦਰੋਂ ਖਾਲੀ ਉਹਨਾਂ ਨੂੰ ਆਪਣੀ ਹੋਂਦ ਦਰਸਾਈ ਜਾ ਰਹੀ ਸੀ ਕਿ ਅਸੀਂ ਅੰਦਰ ਹੈਗੇ ਆ, ਛੱਡ ਕੇ ਭੱਜੇ ਨਹੀਂ ਗਏ, ਤੁਹਾਡੇ ਬੰਬਾਰੀ ਤੋਂ ਅਸੀਂ ਡਰੇ ਨਹੀਂ ਗਏ, ਅਸੀਂ ਅੰਦਰ ਹੈਗੇ ਆ। 4 ਦੀ ਰਾਤ ਲੰਘ ਜਾਂਦੀ ਆ, 5 ਦਾ ਦਿਨ ਚੜ੍ਹ ਜਾਂਦਾ ਵਾ। 5 ਦੇ ਜਦੋਂ ਉਦੋਂ ਅੰਦਰ ਕੀਰਤਨ ਵੀ ਉਸ ਤਰ੍ਹਾਂ ਜਿਸ ਤਰ੍ਹਾਂ ਜੋ ਮਰਿਆਦਾ ਸੀ ਗੁਰੂ ਸਾਹਿਬ ਦੀ, ਦਰਬਾਰ ਸਾਹਿਬ ਦੀ, ਉਸ ਤਰ੍ਹਾਂ ਵੀ ਗੁਰੂ ਸਾਹਿਬ ਦਾ ਸਵੇਰੇ ਪ੍ਰਕਾਸ਼ ਵੀ ਹੁੰਦਾ ਵਾ। ਸ਼ਾਮੀ ਮਤਲਬ ਕਿ ਰਹਿ ਰਾਸ ਕੀਰਤਨ 16 ਤੋਂ ਬਾਅਦ ਸੁਖਾਸਨ ਵੀ ਕੀਤਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਪਰ ਹੀ ਮਤਲਬ ਉਹ ਹਰ ਕੀ ਪੌੜੀ 'ਤੇ ਖੜ੍ਹ ਕੇ ਸੁਖਾਸਨ ਕਰ ਦਿੱਤਾ ਜਾਂਦਾ। ਸਵੇਰੇ ਫਿਰ 5 ਤਰੀਕ ਨੂੰ ਪ੍ਰਕਾਸ਼ ਵੀ ਹੁੰਦਾ ਮਹਾਰਾਜ ਦਾ। ਫਿਰ ਉੱਥੇ ਕੀਰਤਨ ਚੱਲ ਰਿਹਾ ਸੀ ਔਰ ਸ਼ਬਦ ਜਿਹੜੇ ਉੱਥੇ ਲੱਗ ਰਹੇ ਸੀ ਉਹ ਸਾਰੇ ਵੀਰ ਰਸ ਵਾਲੇ ਸੀ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਜਾਂ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਤੇ ਇਹੋ ਜਿਹੇ ਸ਼ਬਦ ਵੀ ਲੱਗ ਰਹੇ ਸਨ। ਤੇ ਉੱਥੇ ਜਿਹੜੇ ਸਿੰਘ ਅੰਦਰ ਸੀ ਨਾ, ਉਹ ਉਹਨਾਂ ਦੇ ਵਿੱਚ ਇੱਕ ਜਿੱਦਾਂ ਲੱਗਣ ਡਿਆ ਸੀ ਕਿ ਗੁਰੂ ਸਾਹਿਬ ਸਾਡੇ ਨਾਲ ਹਾਜ਼ਰ ਨਾਜ਼ਰ ਆਪ ਖਲੋਤੇ ਆ, ਤੇ ਗੁਰੂ ਸਾਹਿਬ ਜੋ ਕਰਨਗੇ ਗੁਰੂ ਸਾਹਿਬ ਕਰਨਗੇ। ਸਾਡਾ ਕੰਮ ਆ ਕਿ ਅਸੀਂ ਮਿਲਟਰੀ ਨੂੰ ਅੰਦਰ ਦਰਬਾਰ ਸਾਹਿਬ ਤੋਂ ਅੰਦਰ ਵੜਨ ਤੋਂ ਰੋਕਣਾ, ਭਾਵੇਂ ਮਰੀਏ ਜੋ ਮਰੀਏ। ਗੁਰੂ ਸਾਹਿਬ ਸਾਡੇ ਆਪ ਅੰਗ ਸੰਗ ਨਾਲ ਖਲੋਤੇ ਆ। ਕਿਸੇ ਵੀ ਸਿੰਘ ਤੇ ਇੱਕ ਤਿਨਕਾ ਪਰ ਵੀ ਡਰ ਪਏ ਕੋਈ ਗੱਲਬਾਤ ਨਹੀਂ ਸੀ ਕਿ ਸਾਨੂੰ ਕਿਸੇ ਚੀਜ਼ ਦਾ ਡਰ ਵਾ ਕਿ ਗੱਲਬਾਤ ਆ ਮਰਨ ਦਾ ਜਾਂ ਕਿਸੇ ਵੀ ਚੀਜ਼ ਦਾ। ਮਰ ਲਈ ਤੇ ਉਡੀਕਣ ਹੀ ਡਏ ਸੀ ਉਹਨਾਂ ਦੇ, ਕੋਈ ਗੱਲ ਨਹੀਂ, ਹਰ ਇੱਕ ਬੰਦੇ ਨੇ ਮਰਨਾ ਹੁੰਦਾ ਵਾ। ਤੇ ਅਸੀਂ ਆਪਣੇ ਗੁਰੂ ਸਾਹਿਬ ਦੇ ਅਸਥਾਨ 'ਤੇ ਮਰ ਰਹੇ ਹਾਂ, ਉੱਥੇ ਪੂਰੀ ਕੌਮ ਵਾਸਤੇ ਲੜ ਰਹੇ ਸਾਂ ਅਸੀਂ। ਤੇ ਸਾਡੀਆਂ ਇਕੱਲੇ ਦੀਆਂ ਮੰਗਾਂ ਥੋੜ੍ਹੀ ਸੀ। ਪਾਣੀ ਮਿਲਦਾ ਸਾਨੂੰ ਥੋੜ੍ਹੀ ਮਿਲਣਾ, ਮੇਰੀ ਕਿਹੜੀ ਪੈਲੀ ਨੂੰ ਪਾਣੀ ਲੱਗਣਾ ਸੀ। ਜੋ ਵੀ ਚੀਜ਼ਾਂ ਅਸੀਂ ਮੰਗ ਰਹੇ ਸਾਂ, ਜਿੰਨੀਆਂ ਮੰਗਾਂ ਰੱਖੀਆਂ ਸੀ ਅਸੀਂ, ਮਤਲਬ ਕਿ 40 ਦੇ ਲਾਗੇ ਚਾਗੇ ਮੰਗਾਂ ਸੀ ਜੋ ਵੀ ਆ, ਉਹ ਤੇ ਪੂਰੇ ਪੰਜਾਬ ਦੀਆਂ ਮੰਗਾਂ ਸਨ। ਚੰਡੀਗੜ੍ਹ ਮੰਗ ਰਹੇ ਸਾਂ, ਮੇਰਾ ਥੋੜ੍ਹੀ ਚੰਡੀਗੜ੍ਹ ਕਿ ਮੈਨੂੰ ਉੱਥੇ ਫਲੈਟ ਮਿਲ ਜਾਣਾ ਸੀ। ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਵਾਸਤੇ ਲੜਾਈ ਲੜ ਰਹੇ ਸਨ। ਜੋ ਵੀ ਚੀਜ਼ਾਂ ਸਨ ਇਹ ਤੇ ਪੰਥ ਵਾਸਤੇ ਲੜੀਆਂ ਜਾ ਰਹੀਆਂ ਸਨ। ਕੋਈ ਵੀ ਸਿੰਘ ਮੁਕਾਬਲਾ ਮਤਲਬ ਹੁੰਦਾ ਰਿਹਾ। ਤੇ 5 ਤਰੀਕ ਨੂੰ 2:30 ਵਜੇ ਉਹਨਾਂ ਨੇ ਫਿਰ ਬਿਜਲੀ ਕੱਟਤੀ। ਅੰਦਰ ਜਿਹੜੇ ਕਨੈਕਸ਼ਨ ਸਨ ਆਪਣੇ ਫੋਨ ਦੇ, ਇੱਕ ਦੂਜੇ ਨਾਲ ਗੱਲਬਾਤ ਸੀ, ਉਹ ਕੱਟਦੇ ਉਹਨਾਂ ਨੇ। ਫਿਰ ਉਹਨਾਂ ਨੇ ਟੈਂਕੀ ਜਿਹੜੀ ਸੀ, ਉਹ ਟੈਂਕੀ ਪਾਣੀ ਸਪਲਾਈ ਤੋੜਨ ਵਾਸਤੇ ਉਹਨਾਂ ਨੇ ਫਿਰ ਉਹ ਟੈਂਕੀ ਦੀ ਵੀ ਭੰਨ ਦਿੱਤੀ। ਟੈਂਕੀ ਭੰਨਣ ਨਾਲ ਉਧਰ ਕਾਫੀ ਨੁਕਸਾਨ ਹੋਇਆ ਆਪਣੇ ਸਰਾਂ ਵਾਲੀ ਸਾਈਡ 'ਤੇ, ਕਿ ਜੋ ਵੀ ਪਾਣੀ ਦੀ ਲੈਣ ਹੀ ਇਸ ਪੂਰੇ ਦਰਬਾਰ ਸਾਹਿਬ ਦੀ, ਸਿਰਫ ਸਰਾਵਾਂ ਦੀ ਨਹੀਂ, ਇੱਧਰ ਵੀ ਪਾਣੀ ਉੱਥੋਂ ਹੀ ਆਉਂਦਾ ਸੀ, ਟੈਂਕੀ ਤੋਂ ਹੀ ਆਉਂਦਾ ਸੀ ਸਾਰਾ ਪਾਣੀ। ਦੀ ਸਪਲਾਈ ਜਦੋਂ ਬੰਦ ਹੋਈ ਆ ਉਦੋਂ ਕਾਫੀ ਭੱਜ ਦੌੜ ਹੋਈ। ਫਿਰ ਲੋਕਾਂ ਨੂੰ ਪਾਣੀ, ਗਰਮੀ ਦਾ ਦਿਨ, ਜੂਨ ਦਾ ਮਹੀਨਾ ਸੀ, ਇੰਨਾ ਉੱਥੇ ਮਤਲਬ ਕਿ ਅਸਲਾ ਬਰੂਦ ਸੁੱਟਿਆ ਜਾ ਰਿਹਾ ਸੀ, ਗੋਲੇ ਬੰਬ ਗੋਲੀਆਂ, ਇੱਟਾਂ ਦੀ ਜਿਹੜੀਆਂ ਛੋਟੇ ਟੁਕੜੇ ਸੀ ਉਹ ਟੁੱਟ ਕੇ ਵੱਜਦੇ ਸੀ ਕੇਰੀ ਵਾਂਗੂ। ਪੂਰਾ ਧੂੰਆਂ ਹੀ ਧੂੰਆਂ ਜਿਸ ਤਰ੍ਹਾਂ ਹੋਇਆ ਹੁੰਦਾ ਵਾ, ਮਤਲਬ ਕਿ ਇਕੱਠਾ ਹੋਇਆ ਹੁੰਦਾ ਵਾ ਉਸ ਤਰ੍ਹਾਂ ਦਾ, ਮਤਲਬ ਕਿ 4 ਚਫੇਰੇ ਖਿਲਰਦਾ ਜਾਂਦਾ ਸੀ। ਲੋਕੀ ਜਿਹੜੇ ਸੀ ਵਿਚਾਰੇ ਆਮ ਜਿਹੜੇ ਯਾਤਰੂ ਸੀ, ਉਹ ਪਾਣੀ ਕਰਕੇ ਫਿਰ ਇਹ ਹੋਣ ਲੱਗ ਪਿਆ ਉਹਨਾਂ ਨੂੰ। ਫਿਰ ਪਾਣੀ ਦਾ ਕੋਈ ਸਾਧਨ ਨਹੀਂ ਉੱਥੇ, ਤੇ ਪਾਣੀ ਆ ਸਰੋਵਰ ਸੀ। ਅਗਰ ਸਰੋਵਰ 'ਚ ਤੁਸੀਂ ਪਾਣੀ ਲੈਣ ਜਾਂਦੇ ਤੇ ਤੁਸੀਂ ਨੀਵੇਂ ਥਾਂ ਸੀ, ਉਹਨਾਂ ਦੇ ਮੋਰਚੇ ਉੱਚੇ ਥਾਂ ਸੀ। ਸਾਡੇ ਉੱਚੇ ਵਾਲੇ ਮੋਰਚੇ ਉਹਨਾਂ ਭੰਨ ਦਿੱਤੇ ਸੀ। ਤੇ ਉਹ ਫਿਰ ਕੋਈ ਪਾਣੀ ਲੈਣ ਜਾਂਦਾ ਤਾਂ ਉਹਨੂੰ ਮਾਰ ਦਿੰਦੇ ਗੋਲੀ ਮਾਰ ਕੇ। ਜਿਹੜੀਆਂ ਬਿਲਡਿੰਗਾਂ ਦਾ ਸੰਬੰਧ ਨਾਲ ਦੇ ਘਰਾਂ ਦਾ ਨਾਲ ਹੈਗਾ ਸੀ, ਅਕਾਲ ਤਖਤ ਤੋਂ ਲੈ ਕੇ ਸਾਰਾ ਪਰਿਕਰਮਾ ਦੇ 4 ਚਫੇਰੇ ਜਿਹੜੇ ਘਰਾਂ ਦੇ, ਉੱਥੋਂ ਸਿੰਘਾਂ ਨੇ ਸੇਵਾ ਕਰਨ ਵਾਸਤੇ ਵੀ ਕਮੀ ਨਹੀਂ ਛੱਡੀ। ਉਹਨਾਂ ਨੇ ਪ੍ਰਸ਼ਾਦੇ ਪਕਾ ਕੇ ਵੀ ਭੇਜੇ। ਪਰ ਸਾਡਾ ਜਿਹੜਾ ਅਸੀਂ ਬਿਲਕੁਲ ਸੈਂਟਰ 'ਚ ਪੈ ਜਾ, ਨਾ ਸਾਡਾ ਸੰਬੰਧ ਸਰਾਂ ਦੇ ਨਾਲ ਸੀ, ਨਾ ਕਿਸੇ ਰਿਹਾਇਸ਼ ਦੇ ਨਾਲ ਸੀ, ਕਿਉਂਕਿ ਲੰਗਰ ਹਾਲ ਤੇ ਬੁਰਜੋ ਜਿਹੜਾ ਵਾ ਉਹ ਬਿਲਕੁਲ ਸੈਂਟਰ 'ਚ ਪੈ ਜਾਂਦਾ ਵਾ। ਅਸੀਂ ਤੇ ਫਿਰ ਨਾ ਉੱਥੇ ਕੋਈ ਪ੍ਰਸ਼ਾਦਾ ਬਣਿਆ ਤੇ ਨਾ ਕਿਸੇ ਬਣਾਇਆ ਉੱਥੇ।
ਪਾਣੀ ਦਾ ਸਾਧਨ ਸਾਡੇ ਕੋਲ ਹੈਗਾ ਸੀ, ਚਲੋ ਕਿ ਅਸੀਂ ਪਾਣੀ ਮਤਲਬ ਕਿ ਪੀ ਜਾਂਦੇ ਹਾਂ, ਔਰ ਖਾਣ ਪੀਣ ਲਈ ਸਾਡੇ ਕੋਲ ਕੁਛ ਨਹੀਂ ਸੀ। ਫਿਰ ਜਦੋਂ ਟੈਂਕੀ ਭੱਜਦੀ ਆ, ਉਦੋਂ ਸਾਡੇ ਦੋ ਸਿੰਘ ਲੰਗਰ ਦੇ ਉੱਤੇ ਸ਼ਹੀਦ ਹੁੰਦੇ ਆ, ਇੱਕ ਜੋਗਾ ਸਿੰਘ ਜਲਵਾਣੇ ਤੋਂ, ਇੱਕ ਸਰਦਾਰ ਮੰਗਲ ਸਿੰਘ ਢਾਲੀਵਾਲ ਹਰਗੋਬਿੰਦਪੁਰ ਦੇ ਲਾਗੇ ਦਾ ਵਾ, ਇਹ ਸ਼ਹੀਦ ਹੁੰਦੇ ਆ। ਹੋਰ ਵੀ ਕਾਫੀ ਸਿੰਘ ਸ਼ਹੀਦ ਹੋਏ ਇੱਥੇ ਲੰਗਰ ਦੇ ਉੱਤੇ। ਖਾਲੀ ਅਸੀਂ ਨਹੀਂ ਸਾਂ 17 ਸਿੰਘ, ਸਾਡੇ ਨਾਲ ਉੱਥੇ ਭਾਈ ਅਮਰੀਕ ਸਿੰਘ ਵੀ 4 ਤਰੀਕ ਨੂੰ ਉੱਥੇ ਸੀ, ਫੈਡਰੇਸ਼ਨ ਦੇ ਪ੍ਰਧਾਨ ਜਿਹੜੇ ਸੀ। ਇਹ ਜਿੱਥੇ ਪੌੜੀਆਂ ਥੱਲੇ ਦਫ਼ਤਰੀ ਦੇ ਪਿੱਛੇ ਕਮਰਾ ਹੁੰਦਾ ਸੀ ਇਹਨਾਂ ਦਾ ਪਰਿਵਾਰ ਵੀ ਉੱਥੇ ਸੀ। ਇਹ 5 ਤਰੀਕ ਨੂੰ ਸ਼ਾਮੀ ਮੇਰੇ ਖਿਆਲ ਉਹ 40 ਨੰਬਰ ਕਮਰੇ 'ਚ ਹੀ, ਅਤੇ ਉਹ ਭਾਈ ਦਲਬੀਰ ਸਿੰਘ ਨੇ ਇਹਨਾਂ ਨੂੰ, ਮੁਕਮ ਸਿੰਘ ਹੈਗੇ ਸੀ ਉੱਥੇ, ਉਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਕਿ ਬੀਬੀਆਂ ਦਾ ਇੰਤਜ਼ਾਮ ਕਰੋ ਬਾਹਰ ਕੱਢਣ ਵਾਸਤੇ, ਇਹ ਕਮਰਾ ਛੱਡ ਜਾਓ, ਕਿਉਂਕਿ ਇਹ ਉਹਨਾਂ ਦੀ ਹਿੱਟ ਲਿਸਟ ਦੇ ਉੱਤੇ ਆ, ਉਹਨਾਂ ਨੂੰ ਪਤਾ ਵਾ ਇਸ ਕਮਰੇ ਦੇ ਉੱਤੇ, ਕਿਉਂਕਿ ਜਿੰਨੀ ਵੀ ਅਸਲੇ ਦੀ ਸਪਲਾਈ ਸੀ ਉੱਥੇ ਆਉਂਦਾ ਅਤੇ ਉੱਥੋਂ ਹੀ ਗਾਂ ਵੰਡਦੇ ਸੀ। ਉਹ ਬੰਦੇ ਤਾਂ ਉਹਨਾਂ ਦੇ ਤੁਰੇ ਫਿਰਦੇ ਰਹਿੰਦੇ ਹੁੰਦੇ ਸੀ ਸਿਆੜੀ ਵਾਲਿਆਂ ਦੇ ਅੰਦਰ। ਅਤੇ ਉਹ ਫਿਰ ਭਾਈ ਮੋਹਕਮ ਸਿੰਘ ਸ਼ਾਇਦ ਉਹ ਬੀਬੀਆਂ ਨੂੰ ਲੈ ਕੇ ਉਹ ਬਾਹਰ ਗਏ ਉਦੋਂ ਉੱਥੋਂ। ਅਤੇ ਜਿਹੜੇ ਬਾਕੀ ਸਿੰਘ ਸੀ, ਜਿੱਤੇ ਭਾਈ ਦਲਬੀਰ ਸਿੰਘ ਸੀ, ਭਾਈ ਸਵਰਨ ਸਿੰਘ ਸੀ, ਭਾਈ ਗੁਰਦੇਵ ਸਿੰਘ ਸੀ, ਭਾਈ ਆਪਣਾ ਰਾਮ ਸਿੰਘ ਸੀ, ਬਾਬਾ ਠਾਰਾ ਸਿੰਘ ਸੀ, ਸੁਰਿੰਦਰ ਸਿੰਘ ਸੀ, ਮਹਿਲ ਸਿੰਘ ਸੀ, ਕਾਫੀ ਸਿੰਘ ਸੀ ਉੱਥੇ, ਮਤਲਬ 40-50 ਸਿੰਘ ਹੈਗੇ ਸੀ।